ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਦੋਸਤੋ ਮੈਂ ਹਾਂ ਮੋਹਿਤ ਰੂਬਲ ਤੇ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਮੁੱਦਾ। ਸੋ ਮੁੱਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਮੈਂ ਕਹਿੰਦਾ ਬੜੀ ਖੁਸ਼ਖਬਰੀ ਵਾਲੀ ਗੱਲ ਹੋਵੇਗੀ ਉਹਨਾਂ ਸਾਰੇ ਲੋਕਾਂ ਦੇ ਲਈ ਜੋ ਕਿ ਅਮਰੀਕਾ ਜਾਣ ਦੇ ਵਿੱਚ ਕਾਫੀ ਇੰਟਰਸਟਡ ਨੇ ਐਂਡ ਕਾਫੀ ਵੇਟ ਕਰ ਰਹੇ ਸਨ ਕਿ ਕਦੋਂ ਅਮਰੀਕਾ ਦੇ ਵਿੱਚ ਜਿਹੜੇ ਤਬਦੀਲੀਆਂ ਦਾ ਸਿਲਸਿਲਾ ਉਹ ਸ਼ੁਰੂ ਹੋਵੇ। ਐਂਡ ਜੇਕਰ ਗੱਲ ਕਰੀ ਤਬਦੀਲੀਆਂ ਤਾਂ ਖੈਰ ਸਾਹਿਬ ਉਦੋਂ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਜਦੋਂ ਬਾਈਡਨ ਸਾਹਿਬ ਜਿੱਤਦੇ ਨੇ ਤੇ ਆਉਂਦੇ ਹੀ ਕਾਫੀ ਸਾਰੇ ਜਿਹੜੇ ਡਿਸੀਜਨ ਸੀਗੇ ਜੋ ਟਰੰਪ ਸਾਹਿਬ ਨੇ ਲਏ ਸੀਗੇ ਉਹਨਾਂ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਤਹਿਤ ਜੇਕਰ ਮੈਂ ਗੱਲ ਕਰਾਂ ਹੁਣ ਅਮਰੀਕਾ ਨਾਗਰਿਕਤਾ ਬਿੱਲ 2021 ਜਿਹੜਾ ਹੈ ਸੰਸਦ ਵਿੱਚ ਲਿਆਂਦਾ ਗਿਆ ਹੈ, ਜਿਹਦੇ ਉੱਪਰ ਵਿਚਾਰ ਚਰਚਾ ਜਿਹੜੀ ਹੈ ਹੁਣ ਸ਼ੁਰੂ ਹੋਣ ਜਾ ਰਹੀ ਹੈ। ਐਂਡ ਉਸ ਬਿੱਲ ਦੇ ਅਕੋਰਡਿੰਗ ਦੋਸਤੋ ਜਿਹੜੇ ਲੋਕ ਜਿਹੜੇ ਗ੍ਰੀਨ ਕਾਰਡ ਲੈਣਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਲਈ ਕਾਫੀ ਮੈਂ ਕਹਿੰਦਾ ਬੈਨੀਫਿਟ ਹੋਣ ਜਾ ਰਿਹਾ ਹੈ। ਗ੍ਰੀਨ ਕਾਰਡ ਉਹਨਾਂ ਲੋਕਾਂ ਨੂੰ ਸਪੈਸ਼ਲੀ ਮਿਲੇਗਾ ਜੋ ਕਿ ਕੰਮ ਦੇ ਸਿਲਸਿਲੇ ਦੇ ਵਿੱਚ ਅਮਰੀਕਾ ਜਾ ਕੇ ਸ਼ਿਫਟ ਹੋਣਾ ਚਾਹੁੰਦੇ ਨੇ, ਯਾਨੀ ਕਿ H1B ਜਿਹੜਾ ਵੀਜ਼ਾ ਹੈ ਉਹਨਾਂ ਸਾਰੇ ਧਾਰਕਾਂ ਨੂੰ ਜਿਹੜੀ ਆਜ਼ਾਦੀ ਹੈ ਉਹਨਾਂ ਨੂੰ ਮਿਲੇਗੀ। ਐਂਡ ਜਿਹੜੀ ਪਾਬੰਦੀਆਂ ਲਗਾਈਆਂ ਗਈਆਂ ਸਨ ਟਰੰਪ ਪ੍ਰਸ਼ਾਸਨ ਵੱਲੋਂ ਉਹ ਹੁਣ ਲਿਫਟ ਹੋ ਚੁੱਕੀਆਂ ਨੇ ਜਾਂ ਫਿਰ ਕਹੀਏ ਕਿ ਖਤਮ ਹੋਣ ਜਾ ਰਹੀਆਂ ਨੇ। ਕਈ ਵਾਰੀ ਹੁੰਦੀ ਆ ਕਿ ਵਿਆਹ ਦੇ ਵਿੱਚ ਮਾੜਾ ਬੰਦਾ ਆ ਜਾਂਦਾ ਤੇ ਉਹ ਮਾੜਾ ਬੰਦਾ ਕਈ ਵਾਰੀ ਖਰਾਬੀ ਕਰ ਜਾਂਦਾ, ਦਾਰੂ ਪੀ ਲੈਂਦਾ, ਤੇ ਫਿਰ ਅਸੀਂ ਸਾਰੇ ਵਿਆਹ ਦੇ ਵਿੱਚ ਜਿਹੜੇ ਦੂਸਰੇ ਚੰਗੇ ਗੈਸਟ ਆਏ ਹੁੰਦੇ ਨੇ ਉਹਨਾਂ ਤੋਂ ਮਾਫੀ ਮੰਗਦੇ ਰਹਿੰਦੇ। ਉਹ ਜੀ ਉਹਨੇ ਕਿਤੇ ਜ਼ਿਆਦਾ ਪੈਗ ਲਾ ਲਿਆ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਉਹ ਸਾਡੀ ਕਾਂ ਭੂਆ ਦਾ ਮੁੰਡਾ ਸੀ, ਭੂਆ ਦਾ ਫਲਾਣੇ ਦਾ ਰਿਸ਼ਤਾ ਸੀ। ਹੁਣ ਇਦਾਂ ਹੀ ਗੱਲ ਹੋਈ ਆ ਅਮਰੀਕਾ ਦੇ ਨਾਲ। ਅਮਰੀਕਾ ਦੇ ਵਿੱਚ ਜਦੋਂ ਦੇ ਟਰੰਪ ਸਾਹਿਬ ਆਏ ਸੀਗੇ ਲੱਗਦਾ ਸੀ ਇਹ ਉਹ ਸ਼ੈਤਾਨੀ ਅਨਸਰ ਹੈ ਜਿਹਨੇ ਬਹੁਤ ਹੀ ਕੁਝ ਵਿਗਾੜ ਪਾ ਦਿੱਤਾ। ਜਿਹੜਾ ਆਪਣੀ ਪੂਛ ਨੂੰ ਅੱਗ ਲਾ ਕੇ ਤੁਰਿਆ ਫਿਰਦਾ ਸੀ, ਕਦੇ ਇੱਥੇ 34 ਸਿੱਟਤੀ, ਕਦੇ ਉੱਥੇ 34 ਸਿੱਟਤੀ। ਉਹ ਲੱਗ ਰਿਹਾ ਸੀ ਕਿ ਬਈ ਇਹਦੀ ਹੁਣ ਬਦਲੇ ਜਿਹੜੇ ਨੇ ਜਾਂ ਫਿਰ ਇਹਨੂੰ ਸੁਧਾਰਨ ਦੇ ਲਈ ਕੋਈ ਚੰਗਾ ਬੰਦਾ ਚਾਹੀਦਾ ਜੀ। ਸਾਡੀ ਫਿਲਮਾਂ ਦੇ ਵਿੱਚ ਵੀ ਇਦਾਂ ਹੁੰਦਾ ਕਿ ਉਹ ਦੇਖਿਆ ਹੁੰਦਾ ਕਿ ਵਿਲਨ ਨੇ ਆ ਕੇ ਆਹ ਖੁਰਦੂ ਪਾਇਆ ਹੁੰਦਾ, ਉਹ ਖੁਰਦੂ ਪਾਇਆ ਹੁੰਦਾ, ਕਦੇ ਕਿਸੇ ਦੀ ਕੁੜੀ ਚੱਕ ਲਿਆਉਣੀ, ਕਦੇ ਕਿਸੇ ਨਾਲ ਬੇਈਮਾਨੀ ਕਰ ਲੈਣੀ ਤੇ ਕਦੇ ਕਿਸੇ ਨਾਲ ਧੋਖਾ ਹੋ ਜਾਣਾ ਜੀ। ਫਿਰ ਹੀਰੋ ਦੀ ਐਂਟਰੀ ਹੁੰਦੀ ਆ ਤੇ ਹੀਰੋ ਇਕੱਲੇ ਤੋਂ ਗਿਣ ਕੇ ਬਦਲੇ ਲੈਂਦਾ ਤੇ ਐਂਡ ਤੇ ਜਾਂਦੇ ਜਾਂਦੇ ਉਹ ਜਿਹੜਾ ਵਿਲਨ ਹੁੰਦਾ ਉਹਦਾ ਮਾੜਾ ਹਸ਼ਰ ਵੀ ਹੋ ਜਾਂਦਾ ਜੀ। ਕਈ ਵਾਰ ਤੇ ਜੂਤ ਪਟਾਂਗ ਵੀ ਹੁੰਦਾ ਤੇ ਪਰ ਕਈ ਵਾਰੀ ਬਚ ਜਾਂਦਾ ਤੇ ਕਈ ਵਾਰੀ ਉਦਾਂ ਹੀ ਬੇਇੱਜ਼ਤੀ ਨਾਲ ਹੀ ਸਰ ਜਾਂਦਾ। ਹੁਣ ਇਹ ਵਾਲੀ ਫਿਲਮ ਦੇ ਵਿੱਚ ਬੇਇੱਜ਼ਤੀ ਨਾਲ ਹੀ ਸਰ ਗਿਆ, ਪਰ ਉਹ ਜਿਹੜਾ ਐਕਟਰ ਹੈ, ਜਿਹੜਾ ਦੂਸਰਾ ਐਕਟਰ ਹੈ ਜਿਹਨੂੰ ਆਪਾਂ ਹੀਰੋ ਨਹੀਂ ਕਹਿੰਦੇ, ਹੁਣ ਇਹ ਬੇਇੱਜ਼ਤੀ ਮੰਨੇ ਕਿੰਨੀ ਕੁ ਇਹ ਤੇ ਉਹਦੇ ਉੱਤੇ ਪੈਂਦਾ। ਆਉਂਦਿਆਂ ਉਹਨਾਂ ਨੇ ਆਪਣੀ ਪ੍ਰੈਜ਼ੀਡੈਂਟ ਪਾਵਰ ਦੇ ਨਾਲ ਬਹੁਤ ਸਾਰੇ ਜਿਹੜੇ ਰੂਲ ਸੀਗੇ ਉਹਨਾਂ ਨੂੰ ਸਕ੍ਰੈਪ ਕਰ ਦਿੱਤਾ ਜੀ। ਹੈਡਲਾਈਨ ਬਣਦੀ ਆ ਕਿ ਅਨਡੂ ਕਰ ਦਿੱਤਾ। ਅਨਡੂ ਕਰਨ ਕੇ ਮੈਨੂੰ ਲੱਗਦਾ ਕਿ ਜਦੋਂ ਕੰਪਿਊਟਰ ਦੇ ਵਿੱਚ ਸਾਡੇ ਕੋਲ ਆਪਸ਼ਨ ਹੁੰਦਾ ਨਾ ਅਨਡੂ ਕਰਨਾ, ਤੇ ਸਾਨੂੰ ਲੱਗਦਾ ਕਿ ਯਾਰ ਆਹ ਗਲਤ ਲਿਖ ਹੋ ਗਿਆ ਤੇ ਅਨਡੂ ਕਰ ਲਓ। ਇਹ ਬਿਲਕੁਲ ਉਸੇ ਵੀ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਵੀ ਇੱਦਾਂ ਆ ਵੀ ਜਿਹੜੀਆਂ ਚੀਜ਼ਾਂ ਗਲਤ ਲਿਖ ਹੋ ਗਈਆਂ ਸੀ, ਗਲਤ ਹੋ ਗਈਆਂ ਸੀ, ਉਹਨਾਂ ਨੂੰ ਅਨਡੂ ਕਰਨ ਦਾ ਫੈਸਲਾ ਹੈ ਜੀ। ਅਮਰੀਕਾ ਇੱਕ ਡਿਵੈਲਪ ਮੁਲਕ ਹੈ। ਜਿੱਥੇ ਡਿਵੈਲਪ ਮੁਲਕ ਦੀ ਅਸੀਂ ਗੱਲ ਕਰਦੇ ਹਾਂ ਨਾ, ਡਿਵੈਲਪ ਮੁਲਕ ਦੀ ਇੱਕ ਬੜੀ ਵੱਡੀ ਤਰਾਸਦੀ ਆ ਜੀ। ਉੱਥੇ ਲੋਕਾਂ ਨੂੰ ਮਾਨਸਿਕ ਬਿਮਾਰੀਆਂ ਬੜੀਆਂ ਹੁੰਦੀਆਂ ਨੇ, ਸਾਈਕੋਲੋਜੀਕਲੀ ਉਹ ਬੜੇ ਇਲ ਹੁੰਦੇ ਨੇ। ਹੁਣ ਜਦੋਂ ਅਸੀਂ ਬਾਈਡਨ ਸਾਹਿਬ ਦੀ ਗੱਲ ਕਰਦੇ ਹਾਂ ਤੇ ਉੱਥੇ ਇੱਕ ਮੇਨ ਮੁੱਦਾ ਰੱਖਿਆ ਹੋਇਆ ਨਹੀਂ ਦੇਣੀ ਕਿ ਸਕੂਲ ਜਿਹੜੇ ਆ ਉਹ ਖੋਲ੍ਹੋ। ਬਾਈਡਨ ਹੁਣਾਂ ਨੇ ਕਿਤੇ ਕਹਿ ਦਿੱਤਾ ਹੋਊਗਾ ਵੀ ਪਹਿਲਾਂ ਵੀ ਅਸੀਂ ਵੀਕ 'ਚ ਇੱਕ ਦਿਨ ਸਕੂਲ ਖੋਲ੍ਹਣੇ ਆ ਜੀ। ਦੇਖ ਲਓ ਉਹੀ ਸਟੇਟਮੈਂਟ ਉਹਨਾਂ ਨੂੰ ਉਲਟਾ ਕੇ ਕਰਨੀ ਪਈ ਵੀ ਉਹ ਕਹਿੰਦੇ ਜੀ ਅਸੀਂ ਕਹਿੰਦੇ ਸੀ ਕਿ ਇੱਕ ਦਿਨ ਛੁੱਟੀ ਕਰਿਆ ਕਰਨੀ ਆ, ਵੀ 5 ਦਿਨ ਖੋਲ੍ਹਿਆ ਕਰਨੇ ਆ। ਤੇ ਲੋਕ ਉੱਥੇ ਦੇ ਸਿਆਣੇ ਨੇ ਕਿਉਂਕਿ ਉਹਨਾਂ ਦੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਸਾਈਕੋਲੋਜੀਕਲੀ ਉਹ ਬੜੇ ਬਿਮਾਰ ਨੇ। ਉਹ ਕਹਿੰਦੇ ਜੀ ਸਾਡੇ ਕੋਲੇ ਸਾਰਾ ਦਿਨ ਕੁਝ ਕਰਨ ਨੂੰ ਨਹੀਂ ਹੁੰਦਾ, ਸਾਡੇ ਤੇ ਨਿਆਣੇ ਹੁਣ ਵੀਡੀਓ ਗੇਮ ਤੋਂ ਵੀ ਅੱਕ ਗਏ ਨੇ, ਗੱਲਾਂ ਤੋਂ ਵੀ ਅੱਕ ਗਏ ਨੇ, ਤੁਸੀਂ ਉਹ ਕਿਹੜੀ ਨਵੀਂ ਐਕਟੀਵਿਟੀ ਅਸੀਂ ਰੋਜ਼ ਭਾਲ ਕੇ ਦਈਏ ਉਹਨੂੰ ਜੀ। ਇਸ ਲਈ ਤੁਸੀਂ ਸਕੂਲ ਖੋਲ੍ਹੋ ਤਾਂ ਜੋ ਇਹ ਕਰੋਨਾ ਤੋਂ ਬਚਣ ਹੀ ਬਚਣ, ਇਹਨਾਂ ਦਾ ਜਹਿਨੀ ਤਵੱਕੋ ਜਿਹੜਾ ਹੈ, ਤਵਾਜ਼ਨ ਜਿਹੜਾ ਹੈ ਉਹ ਵੀ ਸਥਿਰ ਰਹੇ ਔਰ ਅਸੀਂ ਚੰਗੀ ਜ਼ਿੰਦਗੀ ਬਿਤਾ ਸਕੀਏ। ਹੁਣ ਜਦੋਂ ਇਹ ਗੱਲ ਕਰਦੇ ਆ 2021 ਦੀ ਮੈਂ ਗੱਲ ਤੇ ਆਉਣਾ ਆ, ਤੇ 2021 ਦੀ ਗੱਲ ਜਿਹੜੀ ਹੈ, ਜਿਹੜੇ ਹੁਣ ਨਵੇਂ ਨਾਗਰਿਕਤਾ ਸੋਧ ਬਿੱਲ ਹੈ, ਇਹ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਟ੍ਰਾਂਜੀਸ਼ਨ ਆਊਗੀ ਔਰ ਇੱਕ ਚੰਗੀ ਪੇਸ਼ਕਦਮੀ ਹੈ, ਇੱਕ ਚੰਗਾ ਮੌਕਾ ਆ। ਦੇਖੋ ਜਦੋਂ ਫਿਰ ਮਾਨਸਿਕ ਦੀ ਗੱਲ ਕਰਦੇ ਆ ਤੇ ਸਾਡੇ ਜਿਹੜੇ H1B1 ਵੀਜ਼ਾ ਤੇ ਗਏ ਸੀਗੇ, ਕਿਉਂਕਿ ਬਹੁਤ ਇੰਡੀਅਨ ਜਿਹੜੇ ਨੇ ਇੱਥੋਂ ਜਾਂਦੇ ਨੇ H1B1 ਵੀਜ਼ਾ ਦੇ ਉੱਤੇ ਔਰ ਉਹ ਹਾਈਲੀ ਸਕਿਲਡ ਜਾਂਦੇ ਸੀ ਜੀ ਜੀ। ਪਰ ਟਰੰਪ ਸਾਹਿਬ ਨੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਮਰੀਕਾ ਫॉर ਅਮਰੀਕਨਸ ਹੈ ਨਾ, ਤੇ ਫਿਰ ਉਹ ਮਤਲਬ ਕਿ ਗੋਰਿਆਂ ਦੀ ਚਮਵੇਲੀ, ਬਾਕੀਆਂ ਦੀ ਉਹਨੂੰ ਲੱਗਦਾ ਸੀ ਕਿ ਸ਼ਾਇਦ ਕੁਝ ਹੈ ਹੀ ਨਹੀਂ ਹੈ, ਫਿਰਕੂਪ੍ਰਸਤੀ ਦੀ ਭਾਵਨਾ ਸੀਗੀ। ਤਾਂ ਉਹ ਗੱਲ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੇ H1B1 ਵੀਜ਼ਾ ਕੈਂਸਲ ਹੀ ਕਰ ਦਿੱਤੇ, ਰਿਨਿਊ ਨਹੀਂ ਸੀ ਕਰ ਸਕਦੇ। ਪਰ ਉਹਦੇ ਚੱਕਰ 'ਚ ਫਿਰ ਜਿਹੜੇ ਉੱਥੇ ਲੋਕੀ ਬੈਠੇ ਸੀ ਨਾ, ਤਾਂ ਕਿਉਂਕਿ ਕਰੋਨਾ ਚੱਲਦਾ ਸੀ ਉਹ ਨਾ ਇੰਡੀਆ ਵਾਪਸ ਆ ਸਕਦੇ ਸੀ, ਨਾ ਹੀ ਕਿਤੇ ਜੋਬ ਲਈ ਅਪਲਾਈ ਕਰ ਸਕਦੇ ਸੀ। ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਸਪਾਊਸ ਸੀਗਾ ਜਿਹੜਾ ਨਾਲ ਗਿਆ ਹੋਇਆ ਸੀ ਉਹਨੂੰ ਤਾਂ ਪਾਬੰਦੀ ਲਾ ਦਿੱਤੀ ਵੀ ਤੂੰ ਕਿਸੇ ਤਰੀਕੇ ਨਾਲ ਕੰਮ ਹੀ ਨਹੀਂ ਕਰਨਾ ਜੀ। ਤੇ ਇਹ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਵੀ ਸਾਈਕੋਲੋਜੀਕਲੀ, ਜਿਹਨੂੰ ਅਸੀਂ ਮਾਨਸਿਕ ਤੌਰ ਤੇ ਕਹਿੰਦੇ ਹਾਂ ਕਿ ਦਬਾਅ ਪਾਉਣ ਵਾਲੀ ਗੱਲ ਸੀਗੀ। ਹੁਣ ਇੱਕ ਬਹੁਤ ਚੰਗਾ ਆਪਸ਼ਨ ਹੈ, ਇੱਕ ਚੰਗਾ ਜਿਹੜਾ ਇੱਕ ਪੇਸ਼ਕਦਮੀ ਹੈ ਜਿਹਦਾ ਸਵਾਗਤ ਕਰ ਰਹੇ ਆ ਪੂਰੀ ਦੁਨੀਆ ਕਿ ਵਾਕਈ ਟਰੰਪ ਗਿਆ ਤੇ ਅਸੀਂ ਹੱਥ ਜੋੜੇ। ਜਿੱਦਾਂ ਹੁਣ ਮੈਂ ਵਿਆਹ ਵਾਲੀ ਗੱਲ ਕਰਾਂ ਤੇ ਉਹ ਪ੍ਰਾਹੁਣੇ ਨੂੰ ਜਿਹੜਾ ਖਰਾਬੀ ਕਰਦਾ ਹੁੰਦਾ, ਕਈ ਵਾਰ ਤਾਂ ਉਹਨੂੰ ਜੇ ਚੰਗਾ ਹੋਵੇ, ਫੁੱਫੜ ਲਾਫੜ ਲੱਗਦਾ ਹੋਵੇ ਜਾਂ ਜੀਜਾ ਲੱਗਦਾ ਹੋਵੇ ਤਾਂ ਅਸੀਂ ਹੱਥ ਬੰਨ੍ਹ ਕੇ ਕਹਿ ਦਿੰਦੇ ਆ ਕਿ ਬਈ ਤੂੰ ਚਲੇ ਜਾ ਵੀ ਜਿੱਥੇ ਨੁਕਸਾਨ ਹੋਣ ਡਿਆ। ਜੇ ਤਾਂ ਫਿਰ ਹੁੰਦਾ ਕਿ ਕੋਈ ਐਵੇਂ ਪਿੰਡ ਵਾਲਾ ਮਹੱਲੇਦਾਰ ਹੁੰਦਾ ਫਿਰ ਅਸੀਂ ਉਹਨੂੰ ਮਹੱਲੇਦਾਰੀ ਦਿਖਾਉਂਦੇ ਆ।
ਅਸੀਂ ਉਹਨੂੰ ਫਿਰ ਕਈ ਵਾਰੀ ਉਹ ਕਹਿੰਦੇ ਹੁੰਦੇ ਨਾ ਕਿ ਆਇਆ ਚੱਲ ਕੇ ਹੁੰਦਾ ਤਾਂ ਅਸੀਂ ਉਹਨੂੰ ਭੇਜਦੇ ਲੰਮਾ ਪਾ ਕੇ ਆ, ਉਹ ਵਾਲਾ ਸਿਸਟਮ ਆ। ਇੱਥੇ ਟਰੰਪ ਸਾਹਿਬ ਨਾਲ ਦੋਨੇ ਹਾਲ ਹੋ ਗਏ ਨੇ, ਕਿਉਂਕਿ ਇੱਥੇ ਬੜੇ ਜਲੀਲ ਹੋ ਗਏ, 2 ਵਾਰੀ ਇੰਪੀਚਮੈਂਟ ਹੋ ਗਈ ਉਹਨਾਂ ਦੀ, ਪਰ ਉਹ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਪਾਰਟੀ ਮੇਰੀ ਆ। ਇਹ ਤਾਂ ਕੋਈ ਟ੍ਰੇਲਰ ਹੀ ਸੀਗਾ, ਪਿਕਚਰ ਤਾਂ ਹਜੇ ਆਉਣੀ ਆ ਕਿਉਂਕਿ ਅਗਲੀ ਇਲੈਕਸ਼ਨਸ ਦੇ ਵਿੱਚ ਆਉਣੀ। ਜੀ, ਸੋ ਪਿਕਚਰ ਵਾਕਈ ਜਿਹੜੀ ਨੇ ਉਹ ਆਉਣੀ ਹੈ, ਕਿਉਂਕਿ ਜਿਹੜੀਆਂ ਮੈਂ ਗੱਲਬਾਤ ਕਰ ਰਿਹਾ ਇਸ ਨਵੇਂ ਐਕਟ ਦੀਆਂ, ਇਸ ਨਵੇਂ ਅਮਰੀਕਾ ਨਾਗਰਿਕਤਾ ਬਿੱਲ 2021 ਦੀਆਂ, ਤਾਂ ਖੈਰ ਸਾਹਿਬ ਇੱਦਾਂ ਕਿ ਭਾਰਤੀਆਂ ਨੂੰ ਨਾ ਕਾਫੀ ਬਾਉਂਡ ਕੀਤਾ ਗਿਆ ਸੀਗਾ, ਇੱਕ ਨਾ ਲਿਮਿਟ ਕੀਤੀ ਸੀਗੀ ਕਿ ਸਿਰਫ ਇੰਨੇ ਕੁ ਲੋਕੀ ਆਉਣਗੇ, ਇੰਨਾ ਕੁ ਤਬਕਾ ਆਊਗਾ, ਇੰਨੀ ਕੁ ਨੰਬਰਿੰਗ ਆਊਗੀ। ਸੋ ਜਿਹੜੀ ਨੰਬਰਿੰਗ ਹੈ, ਜਿਹੜਾ ਇੱਕ ਫਿਕਸ ਨੰਬਰ ਸੀਗਾ ਨਾ, ਉਹ ਲਿਫਟ ਕੀਤਾ ਜਾ ਰਿਹਾ, ਜੋ ਕਿ ਬੜੀ ਚੰਗੀ ਗੱਲ ਹੈ। ਸੋ ਅਗਰ ਇੱਕ ਲਿਮਿਟ ਨਹੀਂ ਹੋਵੇਗੀ, ਜਿੰਨੇ ਕੁ ਜਿਹੜੇ ਕਾਬਿਲ ਲੋਕ ਹੋਣਗੇ ਉਹ ਵੱਧ ਤੋਂ ਵੱਧ ਅਮਰੀਕਾ ਜਾ ਸਕਣਗੇ। ਇਸ ਤੋਂ ਇਲਾਵਾ ਹੋਰ ਵੀ ਜਿਹੜਾ ਵੇਟ ਬੜਾ ਲੱਗਦਾ ਸੀਗਾ, ਟਾਈਮ ਬੜਾ ਲੱਗਦਾ ਸੀਗਾ ਕਿ ਇੰਨੇ ਸਾਲ ਲੱਗ ਜਾਂਦੇ ਸੀਗੇ ਅਗਰ ਫੈਮਿਲੀ ਨੇ ਵੀ ਆਉਣਾ ਹੋਵੇ, ਹੋਰ ਵੀ ਜਿਹੜੇ ਕੰਮ ਸੀਗੇ। ਸੋ ਉਹਨਾਂ ਸਾਰੀ ਚੀਜ਼ਾਂ ਦੇ ਉੱਪਰ ਖਾਸ ਧਿਆਨ ਰੱਖਿਆ ਜਾਵੇਗਾ ਕਿ ਅਗਰ ਬੰਦਾ ਵਾਕਈ ਕਾਬਿਲ ਹੈ, ਉਹ ਬਾਹਰ ਜਾ ਸਕਦਾ ਹੈ, ਕਿੰਨੀ ਜਲਦੀ ਜਾਏਗਾ। ਅਗਰ ਉਹਦੀ ਵਾਈਫ ਜਾਂ ਕੋਈ ਫੈਮਿਲੀਜ਼ ਨੇ ਵੀ ਆਉਣਾ, ਉਹਦਾ ਵੀ ਜਿਹੜਾ ਕੰਮ ਹੈ ਉਹ ਥੋੜ੍ਹਾ ਸੌਖਾ ਹੋਏਗਾ। ਇਸ ਤਰ੍ਹਾਂ ਇੱਕ ਹੋਰ ਬੜਾ ਰੂਲ ਸੀਗਾ ਕਿ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ, ਜਿਹੜੇ ਅੱਗੇ ਉਹਨਾਂ ਦੇ ਜਿਹੜੇ ਵਾਈਫਸ ਜਾਂ ਜਿਹੜੀ ਔਰਤਾਂ ਹੁੰਦੀਆਂ, ਉਹਨਾਂ ਦੇ ਜਿਹੜੇ ਸਪਾਊਸ ਹੁੰਦੇ ਨੇ, ਉਹ ਕੰਮ ਨਹੀਂ ਕਰ ਸਕਦੇ। ਸੋ ਉਹਨਾਂ ਬਾਰੇ ਵੀ ਖਾਸ ਚਰਚਾ ਸ਼ਾਇਦ ਹੋਵੇਗੀ, ਉਹਨਾਂ ਬਾਰੇ ਵੀ ਸ਼ਾਇਦ ਜਿਹੜਾ ਨਵਾਂ ਜਿਹੜਾ ਰੂਲ ਹੈ ਉਹ ਸਾਹਮਣੇ ਆ ਸਕਦਾ ਹੈ। ਸੋ ਸੰਸਦ ਵਿੱਚ ਜਿਹੜਾ ਬਿੱਲ ਹੈ ਪਹੁੰਚ ਚੁੱਕਿਆ ਹੈ। ਸੋ ਬਿੱਲਾਂ ਉੱਪਰ ਪੂਰੇ ਖੁੱਲ੍ਹ ਕੇ ਜਿਹੜੀ ਗੱਲਬਾਤ ਹੋਏਗੀ, ਵਿਸਤਾਰ ਵਿੱਚ ਚਰਚਾ ਹੋਵੇਗੀ, ਐਂਡ ਸਾਡੇ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹ ਖਾਸ ਉਸ ਉੱਪਰ ਅਸੀਂ ਡਿਸਕਸ਼ਨ ਕਰਾਂਗੇ। ਹੁਣ ਖੈਰ ਸਾਹਿਬ, ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ, ਚਲੋ ਕੈਨੇਡਾ ਦੇ ਵੀ ਕਰਦੇ ਨੇ, ਕਿਉਂਕਿ ਕੈਨੇਡਾ ਦੀਆਂ ਜਿਹੜੀਆਂ ਨਿਊਜ਼ ਸੀਗੀਆਂ ਨਾ, ਉਹ ਬੜੀਆਂ ਲਾਈਮਲਾਈਟ ਵਿੱਚ ਰੀਸੈਂਟਲੀ, ਕਿਉਂਕਿ ਇੱਕ ਵਾਰ ਦੇ ਵਿੱਚ 27,332 ਲੋਕਾਂ ਨੂੰ ਨਿਊ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਉੱਥੋਂ ਦੀ PR ਮਿਲ ਜਾਂਦੀ ਹੈ। ਕਾਰਨ ਕੀ ਹੈ ਕਿ ਜਿਹੜਾ ਕੈਨੇਡਾ ਨੇ ਜਿਹੜਾ ਟੀਚਾ ਮਿੱਥਿਆ ਹੋਇਆ ਸੀਗਾ ਕਿ ਅਗਲੇ 3 ਸਾਲਾਂ ਦੇ ਵਿੱਚ 2021, 2022, 2023 ਦੇ ਵਿੱਚ 12.5 ਲੱਖ ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਇਮੀਗ੍ਰੇਟਸ ਨੂੰ ਆਪਣੇ ਦੇਸ਼ ਵਿੱਚ ਸੱਦਾ ਦੇਣਾ, ਠੀਕ ਹੈ, ਜਿਸ ਦੇ ਚਲਦੇ ਹਰ ਇੱਕ ਸਾਲ ਦੇ ਵਿੱਚ 4 ਤੋਂ 4.5 ਲੱਖ ਜਿਹੜੇ ਲੋਕ ਨੇ ਉਹ ਹਰ ਸਾਲ ਉੱਥੇ ਸ਼ਿਫਟ ਹੋ ਸਕਦੇ ਨੇ। ਐਂਡ ਅਗਰ ਥੋੜ੍ਹਾ ਮੈਂ ਹੋਰ ਮੈਥਮੈਟਿਕਲੀ ਜਾਵਾਂ ਤਾਂ ਹਰ ਮਹੀਨੇ 37,000 ਦੇ ਤਕਰੀਬਨ ਜਿਹੜੇ ਲੋਕ ਨੇ ਉਹ ਈਜ਼ੀਲੀ ਜਾ ਸਕਦੇ ਨੇ। ਸੋ 27,332 ਨੰਬਰ ਵੀ ਥੋੜ੍ਹਾ ਹੈ, ਜੋ ਕਿ ਕਾਫੀ ਪੰਜਾਬੀ ਲੋਕਾਂ ਨੂੰ, ਇਹ ਭਾਰਤੀਆਂ ਨੂੰ ਬੜਾ ਜ਼ਿਆਦਾ ਲੱਗ ਰਿਹਾ ਕਿ ਲੈ ਜੀ 27,000 ਬੰਦਾ ਇੱਕੋ ਵਾਰ 'ਚ PR ਲੈ ਗਿਆ। ਦੋਸਤੋ 37,000 ਦੇ ਤਕਰੀਬਨ ਜਿਹੜਾ ਲੋਕ ਹੈ ਹਰ ਮਹੀਨੇ ਉੱਥੇ ਬਾਹਰ ਜਾ ਸਕਦਾ ਹੈ। ਬਸ ਛੋਟੇ ਛੋਟੇ ਜਿਹੜੇ ਕ੍ਰਾਈਟੇਰੀਆ ਨੇ ਕਿ ਤੁਹਾਡੀ ਜਿਹੜੀ ਮਾਸਟਰਸ ਜਾਂ ਤੁਹਾਡੀ ਜਿਹੜੀ ਡਿਗਰੀ ਹੈ ਉਹ ਹੋਣੀ ਚਾਹੀਦੀ ਹੈ, ਤੁਹਾਡੀ ਏਜ ਅਗਰ 30 ਸਾਲ ਤੋਂ ਘੱਟ ਹੈ ਤੇ ਪੁਆਇੰਟ ਜ਼ਿਆਦਾ ਵਧੀਆ ਬਣਨਗੇ। ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਤੁਹਾਡੀ ਸੇਮ ਫੀਲਡ ਦਾ ਐਕਸਪੀਰੀਅੰਸ ਹੈ 3 ਸਾਲ ਦਾ, ਐਂਡ ਅਗਰ ਤੁਹਾਡੇ ਆਇਲਸ ਵਿੱਚ ਪਹਿਲਾਂ ਤਾਂ ਡਿਮਾਂਡ ਸੀ ਕਿ ਖੈਰ ਸਾਹਿਬ 777-8 ਦੀ, ਪਰ ਅਗਰ ਉਹ ਵੀ ਤੁਹਾਡੀ ਬਹੁਤੀ ਮੀਟ ਨਹੀਂ ਹੁੰਦੀ, ਠੀਕ ਠਾਕ ਜੀ ਹੈ, ਆਇਲਸ ਠੀਕ ਤੁਸੀਂ ਉਹਦੇ ਜਨਰਲ 'ਚ ਦਿੱਤੀ ਹੋਈ ਹੈ, ਠੀਕ ਹੈ, ਤੁਹਾਡੇ ਜਿਹੜੇ ਮਾਰਕਸ ਨੇ, ਜਿਹੜੀ ਕੱਟ ਆਫ ਹੈ ਜਿਹੜੀ ਐਤਕੀ ਸਿਰਫ 75 ਗਈ ਹੈ, ਕਿੱਥੇ ਲੋਕਾਂ ਦੀ 475 ਨਹੀਂ ਆਉਂਦੀ ਸੀਗੀ, ਕਿਉਂਕਿ 475 ਹੀ ਇਹਨਾਂ ਨੇ ਰੱਖਿਆ ਸੀਗਾ, ਆਪਣਾ ਫਿਕਸ ਰੱਖਿਆ ਸੀਗਾ, ਉਹ ਸਿੱਧਾ 475 ਤੋਂ ਹਟਾ ਕੇ ਉਹਨਾਂ ਨੇ ਸਿੱਧਾ 75 ਗਈ ਇਸ ਵਾਰ। ਸੋ ਆਉਣ ਵਾਲੇ ਸਮੇਂ 'ਚ ਸ਼ਾਇਦ ਇਸ ਤੋਂ ਵੀ ਘੱਟ ਹੋ ਸਕਦੀ ਹੈ, ਭਾਵੇਂ 100 ਵੀ ਚਲੇ ਜਾਵੇ, ਕਿਉਂਕਿ 100 ਹਰ ਇੱਕ ਦੀ ਬਣ ਜਾਂਦੀ ਹੈ ਜੀ। ਹਰ ਇੱਕ ਜਿਹੜਾ ਕਾਮਨ ਜਿਹੜਾ ਇਨਸਾਨ ਹੈ, ਜਿਸ ਨੇ ਡਿਗਰੀ ਕੀਤੀ ਹੈ, ਜਿਸ ਨੂੰ ਥੋੜ੍ਹਾ ਮੋਟਾ ਤਜਰਬਾ ਹੈ, ਉਹ ਹਰ ਇੱਕ ਬੰਦਾ ਜਿਹੜਾ ਈਜ਼ੀਲੀ ਵਧੀਆ ਐਜੂਕੇਸ਼ਨ ਵਾਲਾ, ਵਧੀਆ ਪੜ੍ਹਾਈ ਵਾਲਾ, ਵਧੀਆ ਐਕਸਪੀਰੀਅੰਸ ਵਾਲਾ, ਆਇਲਸ ਜਿਹਨੇ ਕੀਤੀ ਹੋਈ ਆ, ਚੰਗੇ ਬੈਂਡ ਆਏ ਹੋਏ ਨੇ, ਬਹੁਤੇ ਮਾੜੇ ਵੀ ਨਹੀਂ, ਬਹੁਤੇ ਘਟੀਆ ਵੀ ਨਹੀਂ, ਬਹੁਤੇ ਵਧੀਆ ਵੀ ਨਹੀਂ, ਉਹ ਈਜ਼ੀਲੀ ਇਸ ਫਾਈਲ ਵਿੱਚ ਬਸ ਪੂਲ ਵਿੱਚ ਆਪਣੀ ਫਾਈਲ ਲਗਾਉਣੀ ਹੈ ਤੇ ਆਪਣਾ ਇੰਤਜ਼ਾਰ ਕਰੇ, ਤੇ ਆਉਣ ਵਾਲੀਆਂ ਮੈਂ ਕਹਿੰਦਾ ਭਾਵੇਂ ਜਿਹੜੇ ਸੀਜ਼ਨ ਨੇ, ਜਿਹੜੇ ਤਿਉਹਾਰ ਨੇ, ਉਹ ਭਾਵੇਂ ਕੈਨੇਡਾ ਜਾ ਕੇ ਉਹ ਸੈਲੀਬ੍ਰੇਟ ਕਰ ਸਕਦਾ ਹੈ। ਸੋ ਅਮਰੀਕਾ ਤੇ ਕੈਨੇਡਾ ਇਸ ਵਕਤ ਦੋਵੇਂ ਜਿਹੜੇ ਦੇਸ਼ ਨੇ ਉਹ ਵੈਲਕਮ ਕਰ ਰਹੇ ਨੇ ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਨੇ ਵਧੀਆ ਪੜ੍ਹਾਈ ਹਾਸਲ ਕੀਤੀ ਹੋਈ ਹੈ, ਵਧੀਆ ਐਕਸਪੀਰੀਅੰਸ ਰੱਖਦੇ ਨੇ, ਐਂਡ ਆਪਣੇ ਨਾਲ ਇੱਕ ਵਧੀਆ ਦੇਸ਼ ਨੂੰ ਹੋਰ ਗਾਂਹ ਰੱਖਣ ਨੂੰ ਸੋਚਦੇ ਨੇ। ਇਹ ਦੋਨੇ ਜਿਹੜੀਆਂ ਤੁਸੀਂ ਨਾਂ ਲੈ ਰਹੇ ਅਮਰੀਕਾ ਤੇ ਕੈਨੇਡਾ, ਇਹ ਪ੍ਰਾਈਮ ਡੈਸਟੀਨੇਸ਼ਨ ਨੇ। ਪੰਜਾਬੀਆਂ ਨੂੰ ਪੁੱਛ ਲਓ ਤੇ ਉਹ ਫਿਰ ਉਹ ਬੜੇ ਹੁੱਬ ਕੇ ਕਹਿੰਦੇ ਜੀ ਕਿੱਥੇ ਜਾਣਾ, ਉਹ ਕਹਿੰਦੇ ਜੀ ਕੈਨੇਡਾ ਜਾਣਾ, ਹੋਰ ਕਿੱਥੇ ਜਾਣਾ। ਸਾਡੇ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਇੱਕ ਪ੍ਰਚਲਿਤ ਗੱਲ ਆ ਕਿ ਜੇ ਤੁਸੀਂ ਕੈਨੇਡਾ ਕਹਿੰਦੇ ਹੋ ਤਾਂ ਫਿਰ ਤੁਸੀਂ ਕੈਨੇਡਾ ਨਹੀਂ ਪਹੁੰਚਦੇ, ਤੁਸੀਂ ਕੈਨੇਡਾ ਕਹੋ ਤਾਂ ਫਿਰ ਤੁਸੀਂ ਕੈਨੇਡਾ ਪਹੁੰਚਦੇ ਹੋ, ਅਦਰਵਾਈਜ਼ ਤੁਸੀਂ ਨਹੀਂ ਪਹੁੰਚਦੇ। ਪਰ ਚਲੋ ਇੱਕ ਗੱਲ ਇਹ ਵੀ ਹੈ, ਕਿਉਂਕਿ ਇਸ ਸਾਲ ਜਿਹੜਾ ਤੁਸੀਂ ਪਹਿਲਾਂ ਪੂਲ ਦੀ ਗੱਲ ਕਰਦੇ ਆ ਕਿ ਹੁਣ ਉਹਨਾਂ ਨੇ ਇਹ ਪੂਲ ਕੱਢ ਲਿਆ ਕਿ ਅਸੀਂ ਇੰਨੇ ਲੋਕ ਜਿਹੜੇ ਆ ਉਹ ਉੱਥੇ ਐਕਸਪ੍ਰੈਸ ਐਂਟਰੀ 'ਤੇ ਸੱਦਣੇ ਆ। ਸਭ ਤੋਂ ਘੱਟ ਜਿਹੜੇ ਨੇ ਉਹ ਇਸ ਟਾਈਮ ਹੀ ਗਏ ਨੇ, ਇਸ ਸਾਲ ਦੌਰਾਨ ਹੀ ਗਏ ਨੇ, ਕਿਉਂਕਿ ਜਦੋਂ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਓਪਨ ਹੁੰਦੀ ਆ, ਉਹ ਪਹਿਲੇ ਸਾਲ ਇਹਨਾਂ ਨੇ ਇੰਨੇ ਲੋਕ ਸੱਦੇ ਸੀਗੇ, ਉਸ ਤੋਂ ਥੋੜ੍ਹੇ ਜਿਹੇ ਵੱਧ ਜਿਹੜੇ ਨੇ ਉਹ ਇਸ ਸਾਲ ਗਏ ਨੇ, ਕਿਉਂਕਿ ਕਰੋਨਾ ਸੀਗਾ। ਉਹਨਾਂ ਨੇ ਫਿਰ ਉਸ ਐਂਟਰੀ ਨੂੰ, ਕਿਉਂਕਿ ਕੈਨੇਡਾ ਇੱਦਾਂ ਦਾ ਕਿ ਜਿਹੜਾ ਬਈਆਬਾਨ ਪਿਆ ਹੋਇਆ, ਉਹਨੂੰ ਜਿਹੜਾ ਤੁਸੀਂ ਦੇਖੋ ਕਿ ਇੰਨੀ ਜ਼ਿਆਦਾ ਉਹਨਾਂ ਕੋਲ ਸਪੇਸ ਆ, ਇੰਨੀ ਜ਼ਿਆਦਾ ਉਹਨਾਂ ਕੋਲ ਲੈਂਡ ਆ ਕਿ ਉਹ ਉਹਨਾਂ ਨੂੰ ਵਸਾਉਣਾ ਚਾਹੁੰਦੇ ਨੇ। ਸੋ ਉਸ ਵਸਾਉਣ ਨੂੰ ਉਹ ਇਹ ਨਹੀਂ ਕਿ ਵੀ ਇੱਥੋਂ ਸੱਦ ਕੇ ਲੈ ਕੇ ਜਾਣਗੇ, ਉਹ ਲੈ ਕੇ ਜਾਂਦੇ ਸਕਿਲਡ ਲੋਕੀ, ਕਰੀਮ ਲੈ ਜਾਂਦੇ ਆ ਕਹਿ ਲਓ। ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਮੁਲਕ 'ਚ ਕੋਈ ਬੰਦਾ ਗਿਆ ਤਾਂ ਕੱਲ੍ਹ ਨੂੰ ਟੈਕਸ ਪੇਅਰ ਬਣਨਾ ਉਹਨੇ, ਤਾਂ ਟੈਕਸ ਪੇਅਰ ਉਹ ਹੀ ਬਣੇਗਾ ਜਿਹਦੇ ਵਿੱਚ ਕਾਬਲੀਅਤ ਹੋਏਗੀ, ਚੰਗਾ ਟੈਕਸ ਪੇਅਰ ਜਿਹਨੂੰ ਅਸੀਂ ਕਹਿੰਦੇ ਆ। ਔਰ ਉਹ ਕਾਬਲੀਅਤ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੇ ਕੁਝ ਮਾਪਦੰਡ ਰੱਖੇ ਨੇ ਜਿਨ੍ਹਾਂ ਦੇ ਥਰੂ ਉਹ ਲੈ ਕੇ ਜਾਂਦੇ ਨੇ। ਔਰ ਇੱਕ ਵੱਡਾ, ਚਲੋ ਜੇ ਤੁਹਾਡਾ ਕੈਨੇਡਾ ਡਰੀਮ ਹੈ ਤਾਂ ਤੁਸੀਂ ਹੰਭਲਾ ਮਾਰ ਸਕਦੇ ਹੋ। ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਤਾਂ ਡਰੀਮ ਹੁੰਦਾ ਹੀ ਹੈ ਕਿ ਉਹ ਕੈਨੇਡਾ ਚਲੇ ਜਾਵੇ। ਇੱਕ ਇੱਥੇ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਆਮ ਮਸ਼ਹੂਰ ਆ, ਕਹਿੰਦੇ
ਵੀ 2 ਨਿਆਣੇ ਜਿਹੜੇ ਆ ਪੰਜਾਬੀ ਅੱਜ ਕੱਲ੍ਹ ਕਹਿੰਦੇ ਵੀ ਸਾਡੇ ਹੋਣ, 2 ਮੁੰਡੇ ਹੋਣ ਤੇ ਇੱਕ ਨੂੰ ਅਸੀਂ ਇੰਡੀਆ ਰੱਖ ਲਈਏ, ਕੈਨੇਡਾ ਭੇਜ ਦਿੰਦੇ ਆ। ਕੈਨੇਡਾ ਇੱਥੇ ਹੁੰਦਾ ਹੀ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ। ਸੋ ਜਿਹੜੇ 2 ਦੇਸ਼ਾਂ ਦਾ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ, ਅਮਰੀਕਾ, ਕੈਨੇਡਾ, ਹੈ ਉਹ 2 ਦੇਸ਼ ਨੇ ਜਿਹੜਾ ਨਾ ਵਿਤਕਰਾ ਨਹੀਂ ਕਰਦੇ, ਕਿਸੇ ਦਾ ਰੰਗ ਬਹੁਤਾ ਭੇਦਭਾਵ ਨਹੀਂ ਕਰਦੇ, ਕਿਸੇ ਜਾਤ ਵੱਲ ਭੇਦਭਾਵ ਨਹੀਂ ਕਰਦੇ। ਹੁਣ ਥੋੜ੍ਹਾ ਜਿਹਾ ਸ਼ਿਫਟ ਹੁੰਦੇ ਆ ਭਾਰਤ ਵੱਲ, ਦੇ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਵਿੱਚ ਵਿਤਕਰਾ ਵੇਖਣ ਨੂੰ ਮਿਲ ਰਿਹਾ, ਚਾਹੇ ਉਹ ਕਿਸਾਨਾਂ ਨਾਲ ਹੋਵੇ, ਚਾਹੇ ਉਹ ਰੰਗਾਂ ਨਾਲ ਹੋਵੇ, ਚਾਹੇ ਨਸਲਾਂ ਨਾਲ ਹੋਵੇ, ਚਾਹੇ ਜਾਤ ਨਾਲ ਹੋਵੇ। ਸੋ ਹੁਣ ਇੱਕ ਖਬਰ ਵੱਲ ਅਸੀਂ ਰੁਖ ਕਰਨ ਜਾ ਰਹੇ ਹਾਂ, ਪੂਰੀ ਇਸ ਗੱਲ ਨੂੰ ਇੱਕ ਖਬਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਜਾ ਰਹੇ ਹਾਂ ਕਿ ਨਨਕਾਣਾ ਸਾਹਿਬ ਦੇ ਵਿੱਚ ਹਰ ਸਾਲ ਸਾਡੇ ਜਿਹੜੇ ਸਿੱਖ ਲੋਕ ਜਿਹੜੇ ਨੇ, ਸਿੱਖ ਭਰਾ ਜਿਹੜੇ ਨੇ, ਉੱਥੇ ਜਾ ਕੇ ਮੱਥਾ ਟੇਕਦੇ ਨੇ, ਸ਼ਰਧਾਲੂ ਜਿਹੜੇ ਨੇ ਉੱਥੇ ਜਾਂਦੇ ਨੇ। ਸੋ ਇਸ ਸਾਲ ਵੀ ਜਿਹੜਾ ਜੱਥਾ ਸੀਗਾ ਜਿਹੜਾ ਜਾ ਰਿਹਾ ਸੀਗਾ, ਪੂਰੀ ਵੀਜ਼ੇ ਲੱਗ ਗਏ, ਪਾਕਿਸਤਾਨ ਵੱਲੋਂ ਵੀ ਹਾਮੀ ਭਰ ਦਿੱਤੀ ਗਈ, ਪਰ ਐਨ ਮੌਕੇ ਤੇ ਆ ਕੇ ਭਾਰਤ ਸਰਕਾਰ ਵੱਲੋਂ ਫੈਸਲਾ ਆ ਗਿਆ ਕਿ ਬਈ ਹੁਣ ਤਾਂ ਕਰੋਨਾ ਵਾਇਰਸ ਨਾਲ ਕੇਸ ਵਧਣੇ ਸ਼ੁਰੂ ਹੋ ਗਏ ਨੇ, ਸੋ ਇੱਦਾਂ ਕਰੋ ਤੁਸੀਂ ਜੀ ਰਹਿਣ ਦੇਵੋ। ਸੋ ਉਹਨਾਂ ਨੇ ਐਨ ਮੌਕੇ ਤੇ ਆ ਕੇ ਜੱਥੇ ਨੂੰ ਰੋਕ ਦਿੱਤਾ ਹੈ ਤੇ ਉਹ ਇੱਕ ਸਵਾਲਾਂ ਦਾ ਮੈਂ ਕਹਿੰਦਾ ਇੱਕ ਕੇਂਦਰ ਬਣ ਚੁੱਕੀ ਹੈ ਕੇਂਦਰ ਸਰਕਾਰ, ਕਿਉਂਕਿ ਐਨ ਮੌਕੇ ਤੇ ਆ ਗਏ, ਕਿਉਂਕਿ ਸੇਮ ਟਾਈਮ ਤੇ ਦੇਸ਼ ਵਿੱਚ ਕਿਸਾਨੀ ਅੰਦੋਲਨ ਵੀ ਚੱਲ ਰਿਹਾ। ਸੋ ਕਿਤੇ ਨਾ ਕਿਤੇ ਕਾਫੀ ਸਾਰੇ ਜਿਹੜੇ ਲੋਕ ਨੇ, ਚਾਹੇ ਬੁੱਧੀਜੀਵ ਨੇ, ਚਾਹੇ ਜਿਹੜੇ ਸਿਆਸੀਦਾਨ ਨੇ, ਉਹ ਦੋਨੋਂ ਚੀਜ਼ਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਕਿ ਸਰਕਾਰ ਇੱਥੇ ਜਾਣ ਬੁੱਝ ਕੇ ਜਿਹੜੇ ਘੱਟ ਗਿਣਤੀ ਦੇ ਲੋਕ ਨੇ, ਜਿਹੜੇ ਕਿਉਂਕਿ ਹਰ ਇੱਕ ਨੂੰ ਪਤਾ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ, ਸੋ ਉਹਨਾਂ ਨੂੰ ਜੋੜਨ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਕਰੋਨਾ ਦੇ ਕੇਸ ਜਿਹੜੇ ਨੇ ਵੱਧਦੇ ਜਾ ਰਹੇ ਨੇ। ਮਹਾਰਾਸ਼ਟਰ ਵਿੱਚ ਅਸੀਂ ਦੇਖਿਆ ਕਿ 5000 ਕੇਸ ਦੁਬਾਰਾ ਫੇਰ ਵਧਣੇ ਸ਼ੁਰੂ ਹੋ ਗਏ ਨੇ। ਮਹਾਰਾਸ਼ਟਰ ਵਿੱਚ ਕਾਫੀ ਜਿਹੜੇ ਏਰੀਅਸ ਨੇ ਉੱਥੇ ਦੁਬਾਰਾ ਲੋਕਡਾਊਨ ਲੱਗਣਾ ਸ਼ੁਰੂ ਹੋ ਗਿਆ। ਸੋ ਸਰਕਾਰ ਨੇ ਇਹ ਹਵਾਲਾ ਦਿੱਤਾ, ਪਰ ਇਹ ਉਹੀ ਸਰਕਾਰ ਹੈ ਖਹਿਰਾ ਸਾਹਿਬ ਜਿਨੇ ਬਿਹਾਰ ਦੀ ਇਲੈਕਸ਼ਨਸ ਦੇ ਵਿੱਚ, ਜਦੋਂ ਕਰੋਨਾ ਪੀਕ ਤੇ ਸੀਗਾ, ਉਦੋਂ ਇਲੈਕਸ਼ਨ ਹੁੰਦੇ ਨੇ, ਮਹਾਂ ਵੱਡੀਆਂ ਰੈਲੀਆਂ ਹੁੰਦੀਆਂ ਨੇ, ਕਾਫੀ ਸਾਰੇ ਉਹਨਾਂ ਦੇ ਪ੍ਰਚਾਰ ਹੁੰਦੇ ਨੇ, ਉਦੋਂ ਇਹਨਾਂ ਨੇ ਕਰੋਨਾ ਨਹੀਂ ਦੱਸਿਆ। ਪਰ ਹੁਣ ਜਦੋਂ 500 ਦਾ ਤਕਰੀਬਨ ਜਿਹੜਾ ਜੱਥਾ ਹੈ ਪਾਕਿਸਤਾਨ ਜਾਣ ਨੂੰ ਫਿਰ ਰਿਹਾ, ਪਾਕਿਸਤਾਨ ਲਈ ਰਵਾਨਾ ਹੋ ਰਿਹਾ ਸੀਗਾ, ਉਹਨਾਂ ਨੂੰ ਰੋਕ ਦਿੱਤਾ ਜਾ ਰਿਹਾ। ਸੋ ਜਿਹੜੇ ਸਵਾਲ ਜਿਹੜੇ ਨੇ ਕੇਂਦਰ ਸਰਕਾਰ ਨੂੰ ਪੁੱਛੇ ਜਾ ਰਹੇ ਨੇ, ਉੱਤੇ ਹੁਣ ਕੇਂਦਰ ਸਰਕਾਰ ਜਿਹੜੀ ਹੈ ਫਸਦੀ ਨਜ਼ਰ ਆ ਰਹੀ ਹੈ। ਦੇਖੋ, ਜੋ ਤੁਸੀਂ ਗੱਲ ਕਹਿੰਦੇ ਹੋ ਕਿ ਇਹ ਸਿਰਫ 2% ਨੇ, ਔਰ ਬਹੁਤ ਬੁੱਧੀਜੀਵੀ ਇਹ ਕਹਿੰਦੇ ਨੇ ਕਿ ਇਹ ਟਸਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਟਸਲ ਕੱਢਣ ਦੇ ਲਈ ਇਹ ਵੀ ਗੱਲ ਹੈ ਕਿ ਤੁਹਾਡੇ ਕੋਲ ਇੱਕ ਵੈਲਿਡ ਰੀਜ਼ਨ ਹੋਵੇ ਨਾ, ਤਾਂ ਫਿਰ ਉਹ ਟਸਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਜੀ। ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਨਵੇਂ ਕੇਸਿਸ ਵਧਣੇ ਸ਼ੁਰੂ ਹੋ ਗਏ ਆ। ਅਸੀਂ ਪੂਰੇ ਗੱਲ ਕਰਦੇ ਹਾਂ ਦਿੱਲੀ ਦੀ, ਤਾਂ ਦਿੱਲੀ ਵੀ 2 ਬ੍ਰਾਜ਼ੀਲੀਅਨ ਜਿਹੜੇ ਵੇਰੀਐਂਟ ਆ ਉਹਦੇ ਕੇਸਿਸ ਸਾਹਮਣੇ ਆਏ ਨੇ ਜੀ। ਜੇ ਸਰਕਾਰ ਇਹ ਗੱਲ ਕਹਿ ਰਹੀ ਹੈ ਕਿਤੇ ਨਾ ਕਿਤੇ ਕਰੋਨਾ ਹੈ, ਤਾਂ ਮੈਨੂੰ ਲੱਗਦਾ ਕਿ ਕਰੋਨਾ ਹੋ ਵੀ ਸਕਦਾ ਹੈ। ਇਸ ਦਾ ਪ੍ਰੀਕਾਸ਼ਨ ਲੈਣਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ 500 ਜਿਹੜਾ ਹੈ ਇੱਕ ਬਹੁਤ ਵੱਡਾ ਜਥਾ ਹੈ। 500 ਨੰਬਰ ਇੱਕ ਬਹੁਤ ਵੱਡਾ ਜਥਾ ਹੈ, ਪਰ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਆਲਟਰਨੇਟਿਵ ਲੱਭੇ। ਹੁਣ ਅਸੀਂ ਜਿੱਥੇ ਪੂਰੀ ਦੁਨੀਆ ਇੱਕ ਕਹਿ ਲਈਏ ਕਿ ਬਾਉਂਡਰੀਜ਼ ਖੋਲ੍ਹ ਰਹੀਆਂ ਨੇ, ਹੁਣ ਅਸੀਂ ਸਾਰੀ ਉਮਰ ਇਸ ਦੇ ਡਰ ਨਾਲ ਹੀ ਰਹਿ ਸਕਦੇ ਜੀ, ਕਿਉਂਕਿ ਪੂਰਾ ਸਾਲ ਅਸੀਂ ਬਰਬਾਦ ਕਰ ਚੁੱਕੇ ਹਾਂ। ਨਵਾਂ ਸਾਲ ਵੀ ਸ਼ੁਰੂ ਹੋ ਗਿਆ, ਉਹਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਕਦੀ ਘਟ ਜਾਂਦਾ, ਕਦੀ ਵੱਧ ਜਾਂਦਾ। ਤੇ ਜਿਹੜਾ WHO ਆ ਜਾਂ ਫਿਰ ਹੋਰ ਜਿਹੜੀਆਂ ਹੈਲਥ ਏਜੰਸੀਆਂ ਨੇ, ਉਹ ਇਹ ਕਹਿੰਦੀਆਂ ਨੇ ਕਿ ਹੁਣ ਇਹਨੇ ਜਾਣਾ ਨਹੀਂ ਇੰਨੀ ਜਲਦੀ, ਤੁਹਾਨੂੰ ਇਹਦੇ ਨਾਲ ਜਿਉਣਾ ਸਿੱਖਣਾ ਪੈਣਾ ਹੈ ਜੀ। ਪਰ ਜਦੋਂ ਅਸੀਂ ਨਾਲ ਜਿਉਣਾ ਸਿੱਖਣਾ ਤੇ ਫਿਰ ਗਵਰਨਮੈਂਟ ਜਿਹੜੀ ਹੈ ਐਡੇ ਅਬਰਪਟਲੀ ਤਰੀਕੇ ਦੇ ਨਾਲ ਨਾ ਨਹੀਂ ਕਹਿ ਸਕਦੀ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਅੱਜ ਉਹਨਾਂ ਦੀ ਸਟੇਟਮੈਂਟ ਅਸੀਂ ਦੇਖਦੇ ਸੀ, ਕਹਿੰਦੇ ਜੀ 1 ਦਿਨ ਦਾ ਸਮਾਂ ਹੋਰ ਹੈ ਕਿ ਜਿਹੜਾ ਸਰਕਾਰ ਕੋਲੇ, ਉਹ ਫਿਰ ਦੇਖਦੇ ਹਾਂ ਕੀ ਜਵਾਬ ਦਿੰਦੀ ਹੈ। ਜਵਾਬ ਇਹ ਵੀ ਹੋ ਸਕਦਾ ਕਿ ਇਹਦਾ ਕੋਈ ਹੱਲ ਲੱਭਿਆ ਜਾਵੇ ਜੀ। ਅਸੀਂ ਗੱਲ ਕਰ ਰਹੇ ਸੀ ਕਿ ਇੱਦਾਂ ਨਾ ਨਹੀਂ, ਤੁਸੀਂ ਜਥੇ ਨੂੰ ਘੱਟ ਕਰੋ, ਉਹਦੀ ਸਟਰੈਂਥ ਘੱਟ ਕਰੋ, ਜਥੇ ਦਾ ਘੱਟ ਟਾਈਮ ਰੱਖੋ, ਔਰ ਉਸ ਨੂੰ ਕਹੋ ਵੀ ਇੰਨਾ ਤੈਨੂੰ ਟਾਈਮ ਦਿੱਤਾ, ਇੰਨੀ ਜਿਹੜੀ ਤੁਸੀਂ ਜਾਓ, ਚਾਹੇ ਤੁਸੀਂ 50 ਦਾ ਜਥਾ ਭੇਜ ਦਿਓ, ਚਾਹੇ 100 ਦਾ ਜਥਾ ਭੇਜੋ। ਪਰ ਇਹ ਗੱਲ ਹੈ ਨਾ ਕਿ ਹੁਣ ਅਸੀਂ ਨਿਊ ਨਾਰਮਲ ਕਿੱਦਾਂ ਹੋਣਾ। ਇੱਕ ਬੰਨੇ ਤਾਂ ਅਸੀਂ ਕਹਿਣ ਡਏ ਹਾਂ ਕਿ ਅਸੀਂ ਸਾਰ ਕਰਕੇ ਲੋਕਾਂ ਦੇ ਨਾਲ ਬੈਠ ਕੇ ਹੈਲਥ ਐਮਰਜੈਂਸੀ ਦੇ ਉੱਤੇ ਗੱਲ ਕਰ ਰਹੇ ਹਾਂ, ਤੇ ਜੇ ਅਸੀਂ ਹੈਲਥ ਐਮਰਜੈਂਸੀ ਦੇ ਉੱਤੇ ਗੱਲ ਕਰ ਰਹੇ ਹਾਂ ਤਾਂ ਫਿਰ ਅਸੀਂ ਆਪਣੇ ਮੁਲਕ ਦੇ ਵਿੱਚ ਨਿਊ ਨਾਰਮਲ ਤਰੀਕੇ ਦੇ ਨਾਲ ਕਿਉਂ ਨਹੀਂ ਸਰਵਾਈਵ ਕਰ ਰਹੇ। ਸੋ ਖੈਰ ਸਾਹਿਬ, ਤੁਸੀਂ ਹੁਣੇ ਨਾਮ ਲਿਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ, ਤਾਂ ਉਹਨਾਂ ਨੇ ਕੁੰਭ ਦੇ ਮੇਲੇ ਦੇ ਨਾਲ ਵੀ ਇਸ ਪੂਰੀ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਮਾਰਚ ਮਹੀਨੇ ਦੇ ਵਿੱਚ ਜਿਹੜਾ ਹਰਿਦੁਆਰ ਵਿਖੇ ਜਿਹੜਾ ਕੁੰਭ ਦਾ ਮੇਲਾ ਜਿਹੜਾ ਮਨਾਇਆ ਜਾਣ ਵਾਲਾ, ਉੱਥੇ ਕਹਿੰਦੇ ਕਰੋੜਾਂ ਲੋਕ ਆਉਂਦੇ ਨੇ, ਉੱਥੇ ਤੁਸੀਂ ਕੀ ਪਾਬੰਦੀ ਲਗਾਓਗੇ? ਸੋ ਵਾਕਈ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨੂੰ ਸੋਲੂਸ਼ਨ ਬੇਸ ਗੱਲ ਕਰਨੀ ਚਾਹੀਦੀ ਸੀ, ਨਾ ਕਿ ਸਿੱਧਾ ਸਟੇਟਮੈਂਟ ਦੇ ਦੇਣੀ ਕਿ ਨਹੀਂ ਜੀ ਤੁਸੀਂ ਨਹੀਂ ਜਾਓਗੇ। ਕਿਉਂਕਿ ਜੇਕਰ ਗੱਲ ਕਰੀਏ ਕੈਨੇਡਾ ਦੇ ਓਨਟਾਰੀਓ ਸ਼ਹਿਰ ਦੀ, ਤਾਂ ਕੱਲਾ ਪੂਰੀ ਦੁਨੀਆ ਦੇ ਵਿੱਚ ਪਹਿਲਾਂ ਉਹੋ ਜਿਹਾ ਸ਼ਹਿਰ ਸੀਗਾ ਜਿੱਥੇ ਕਰੋਨਾ ਦੇ ਤਿੰਨੋਂ ਵੇਰੀਐਂਟ ਜਿਹੜੇ ਸੀਗੇ ਉਹ ਅਵੇਲੇਬਲ ਸੀਗੇ, ਠੀਕ ਹੈ। ਸੋ ਪਰ ਉਹਨਾਂ ਨੇ ਉੱਥੇ ਇੱਕ ਐ ਨਹੀਂ ਕਹਿ ਦਿੱਤਾ ਕਿ ਬਈ ਤੁਸੀਂ ਜਿਹੜੇ ਲੋਕ ਨੇ ਉੱਥੇ ਨਹੀਂ ਆਉਣਗੇ, ਲੋਕੀ ਇੱਥੋਂ ਦੀ ਨਹੀਂ ਜਾਣਗੇ। ਸਭ ਚੀਜ਼ਾਂ ਹੁੰਦੀਆਂ ਰਹੀਆਂ, ਬਸ ਆ ਸੀਗਾ ਕਿ ਜੇ ਕੋਈ ਲੋਕ ਉੱਥੇ ਨਵੇਂ ਆਉਂਦੇ ਨੇ ਤਾਂ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਸੀਗਾ, ਉਹਨਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਜਾ ਰਿਹਾ ਸੀਗਾ। ਸੋ ਉਹੋ ਜਿਹੇ ਨਿਯਮ ਜਿਹੜੇ ਨੇ ਸਰਕਾਰ ਲਿਆ ਸਕਦੀ ਸੀਗੀ ਜਾਂ ਹਾਲੇ ਵੀ ਲਿਆ ਸਕਦੀ ਹੈ, ਪਰ ਨਾ ਕਿ ਸਿੱਧਾ ਤੁਸੀਂ ਜਿਵੇਂ ਕਿਹਾ ਕਿ ਸਿੱਧਾ ਸਖਤ ਰਵੱਈਏ ਵਿੱਚ ਤੁਸੀਂ ਕਹਿ ਦੇਣਾ ਕਿ ਤੁਸੀਂ ਜਾਣਾ ਹੀ ਨਹੀਂ, ਠੀਕ ਹੈ ਨਾ। ਉਹ ਚੀਜ਼ ਉੱਥੇ ਜਿਹੜੀ ਹੈ ਸਰਕਾਰ ਵੱਲੋਂ ਅਗਰ ਹੋਈ ਹੈ ਤਾਂ ਵਾਕਈ ਚੀਜ਼ ਗਲਤ ਹੈ। ਐਂਡ ਜਿਹੜਾ ਰੋਸ ਜਿਹੜਾ ਉੱਠ ਰਿਹਾ ਲੋਕਾਂ ਵੱਲੋਂ, ਸੋ ਜਿਹੜਾ ਗੁੱਸਾ ਸਾਹਮਣੇ ਆ ਰਿਹਾ, ਉਹ ਲੱਗਦਾ ਖੈਰ ਸਾਹਿਬ ਵਾਕਈ ਜਾਇਜ਼ ਹੈ, ਕਿਉਂਕਿ ਧਾਰਮਿਕ ਜਿਹੜੀ ਯਾਤਰਾ ਹੈ ਜਿਹੜੀ ਸਿੱਖ ਸ਼ਰਧਾਲੂਆਂ ਨੇ ਕਰਨੀ ਹੈ, ਸਾਲ ਵਿੱਚ 1 ਜਾਂ 2 ਵਾਰ ਹੀ ਕਰਦੇ ਨੇ ਖਾਸ ਦਿਹਾੜੇ ਦੇ ਉੱਪਰ। ਉਹ ਜੇਕਰ ਕੀਤੀ ਜਾ ਰਹੀ ਸੀਗੀ ਤਾਂ ਸਰਕਾਰਾਂ ਵੱਲੋਂ ਉਸੇ ਟਾਈਮ ਅਗਰ ਐਕਸ਼ਨ ਲਿਆ ਜਾਂਦਾ ਹੈ, ਉਹ ਜਿਹੜੀ ਸਟੇਟਮੈਂਟ ਸਾਹਮਣੇ ਆਉਂਦੀ ਹੈ, ਤਾਂ ਵਾਕਈ ਮੈਂ ਕਹਿੰਦਾ ਜਿਹੜਾ ਗੁੱਸਾ ਜਿਹੜਾ ਹੈ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਉਹ ਕਿਤੇ ਨਾ ਕਿਤੇ ਜਾਇਜ਼ ਹੈ।
ਦੇਖੋ, ਜਦੋਂ ਵੱਡੀ ਪਿਕਚਰ ਦੀ ਗੱਲ ਕਰਦੇ ਆ ਤੇ ਵੱਡੀ ਸਟੇਟਮੈਂਟ ਵੇਖਣਾ ਵੀ ਬਣਦਾ ਹੈ। ਅਸੀਂ ਧਰਮ ਤੋਂ ਪਿੱਛੇ ਹਟ ਕੇ ਵੀ ਗੱਲ ਕਰ ਲਈ, ਕਿਉਂਕਿ ਧਰਮ ਜਿਹੜਾ ਆ ਬਹੁਤ ਕੋਮਲ ਵਿਸ਼ਾ ਹੋ ਜਾਂਦਾ ਹੈ ਸਗੋਂ ਭਾਰਤ ਵਰਗੇ ਮੁਲਕ ਦੇ ਵਿੱਚ, ਜਿੱਥੇ ਧਰਮ ਦੇ ਨਾਂ ਦੇ ਉੱਤੇ ਸਰਕਾਰਾਂ ਵੰਡੀਆਂ ਪਾਉਂਦੀ ਆ, ਧਰਮ ਦੇ ਨਾਂ ਤੇ ਚੋਣਾਂ ਜਿੱਤਦੀ ਆ ਤੇ ਧਰਮ ਦੇ ਨਾਂ ਤੇ ਅੱਗੇ ਵਧਣਾ ਉਹਨਾਂ ਨੂੰ ਆਉਂਦਾ ਆ। ਬਿਹਾਰ ਇਲੈਕਸ਼ਨਸ ਹੁੰਦੇ ਨੇ, ਉੱਥੇ ਸਾਡੇ PM ਸਾਹਿਬ ਵੀ ਜਾਂਦੇ ਨੇ, ਜਿਹੜੇ ਕਹਿੰਦੇ ਜੀ ਕਿ ਕਰੋਨਾ ਮੇਂ ਆਪਕਾ ਮਾਸਕ ਹੀ ਆਪਕਾ ਹਥਿਆਰ ਹੈ। ਉਹ ਵੀ ਥੋੜਾ ਮਾਸਕ ਸਰਕਾ ਕੇ ਤੇ ਫਿਰ ਰੈਲੀਆਂ ਨੂੰ ਇਦਾਂ ਸੰਬੋਧਨ ਕਰਦੇ ਆ ਕਿ ਜਿਵੇਂ ਪਤਾ ਨਹੀਂ ਕਿਹੜੀ ਜਨਾਨੀ ਜਿਹੜੀ ਆ ਉਹ ਮਹੱਲੇ ਦੇ ਵਿੱਚ ਲੜਦੀ ਫਿਰਦੀ ਹੋਵੇ। ਐ ਮਿਹਣੇ ਦਿੰਦੇ ਆ ਕਾਂਗਰਸ ਨੂੰ। ਜਿਹੜੇ ਪੋਲੀਟੀਕਲ ਐਕਸਪਰਟ ਨੇ, ਜਿਹੜੇ ਨੇ ਉਹ ਲਗਾਤਾਰ ਇਹ ਕਹਿੰਦੇ ਨੇ ਕਿ ਬਈ ਸਰਕਾਰਾਂ ਤੇ ਬਹੁਤ ਆਈਆਂ, ਪਰ ਇਹਨੇ ਗਿਰੇ ਹੋਏ ਸਤਰ ਦੀ ਜਿਹੜੀ ਰਾਜਨੀਤੀ ਆ ਉਹ ਪਹਿਲੀ ਵਾਰੀ ਦੇਖੀ। ਮਹੱਲੇ ਦੇ ਵਿੱਚ ਲੜਾਈ ਹੋ ਜਾਵੇ ਤੇ ਮਹੱਲੇ ਦੇ ਵਿੱਚ ਬੁੜੀਆਂ ਬਾਹਾਂ ਕੱਢ ਕੇ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਇਹ ਜਿਹੜੀ ਗੱਲ ਹੈ, ਜਿਹੜੀ ਰਾਜਨੀਤੀ ਹੈ, ਇਹ ਗਾਲਾਂ ਕੱਢਣ ਵਾਲੀ ਹੈ, ਔਰ ਇਹ ਬਾਹਾਂ ਕੱਢ ਕੇ ਇੱਕ ਦੂਸਰੇ ਨੂੰ ਮਿਹਣੇ ਕਮੇਣੇ ਦੇਣ ਡਈ ਆ ਵੀ ਤੂੰ ਐ ਨਹੀਂ ਸੀ ਕੀਤਾ, ਤੂੰ ਉਹ ਨਹੀਂ ਸੀ ਕੀਤਾ ਤੇ ਤੂੰ ਐ ਨਹੀਂ ਸੀ ਕੀਤਾ। ਯੂਪੀ ਦੀ ਗੱਲ ਲਾ ਲਓ, ਜਾਂ ਫਿਰ ਹੁਣ ਤੁਸੀਂ ਜਿਹੜਾ ਨਵਾਂ ਚੱਲਣ ਡਿਆ ਡਰਾਮਾ ਆ ਉਹਦੀ ਗੱਲ ਕਰ ਸਕਦੇ ਹਾਂ, ਅਸੀਂ ਪੱਛਮ ਬੰਗਾਲ ਦੀ ਗੱਲ ਕਰ ਸਕਦੇ ਹਾਂ। ਉੱਥੇ ਵੀ ਰੈਲੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਨੂੰ ਉੱਥੇ ਕਰੋਨਾ ਨਹੀਂ ਲੱਗਦਾ, ਤੁਹਾਡੇ ਮੰਤਰੀ ਜਾਣਦੇ ਉਹਨਾਂ ਨੂੰ ਕਰੋਨਾ ਨਹੀਂ ਹੁੰਦਾ। ਫਿਰ ਦੂਸਰੀ ਗੱਲ, ਅਸੀਂ ਕਿਸਾਨ ਸੰਘਰਸ਼ ਦੇ ਉੱਤੇ ਆ ਜਾਂਦੇ ਹਾਂ। ਕਿਸਾਨ ਸੰਘਰਸ਼ ਨੂੰ ਕਿੰਨਾ ਸਮਾਂ ਹੋ ਗਿਆ? ਦਿੱਲੀ ਦੇ ਜਿਹੜੀਆਂ ਬਰੂਹਾਂ ਦੇ ਉੱਤੇ ਲਾ ਲਓ ਕਿ ਐਡਾ ਲੰਬਾ ਸਮਾਂ ਆ, ਅੱਜ ਤੱਕ ਕੋਈ ਇੱਕ ਖਬਰ ਨਹੀਂ ਆਉਂਦੀ ਵੀ ਜੀ ਕਰੋਨਾ ਦੇ ਨਾਲ ਉੱਥੇ ਕੋਈ ਪੂਰਾ ਹੋ ਗਿਆ। ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇਹ ਟਸਲ ਜਿਹੜੀ ਹੋਣੀ ਹੈ ਇਹ ਸੁਭਾਵਿਕ ਹੈ, ਕਿਉਂਕਿ ਇਹ ਇਸ ਗੱਲ ਨੂੰ ਕਹਿ ਲਓ ਕਿਉਂਕਿ ਇਹਨਾਂ ਦੇ ਜਿਹੜੇ ਪਿਛਲੇ ਇਵੈਂਟ ਹੋਏ ਨੇ ਉਹਨਾਂ ਦੇ ਵਿੱਚ ਇਹ ਆਪ ਇਕੱਠ ਜੋੜਦੇ ਰਹੇ ਨੇ, ਤੇ ਹੁਣ ਇਹ ਕਹਿੰਦੇ ਜੀ ਅਸੀਂ ਜਿਹੜੀ ਸਿਰਫ 400 ਜਾਂ 500 ਬੰਦਾ ਨਹੀਂ ਜਾ ਸਕਦੇ, ਤੇ ਉਹਦੇ ਵਿੱਚ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਜੀ ਖੈਰ ਸਾਹਿਬ, ਤੁਸੀਂ ਨਾਮ ਲਿਆ ਬੰਗਾਲ ਇਲੈਕਸ਼ਨ ਦਾ, ਤੇ ਬੰਗਾਲ ਰੈਲੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ। ਸੋ ਸਵਾਗਤ ਵੀ ਬੜਾ ਭਰਮਾ ਹੋ ਰਿਹਾ ਅਮਿਤ ਸ਼ਾਹ ਹੁਣਾਂ ਦਾ, ਕਿਉਂਕਿ ਜਦੋਂ ਉਹਨਾਂ ਨੇ ਅੱਜ ਰੈਲੀ ਕੱਢੀ ਤਾਂ ਉੱਥੇ ਲੋਕਾਂ ਨੇ ਨਾਅਰੇ ਲਾਏ, ਅਮਿਤ ਸ਼ਾਹ ਗੋ ਬੈਕ। ਸੋ ਅਜਿਹੇ ਨਾਅਰੇ ਜਦੋਂ ਸਾਈਮਨ ਗੋ ਬੈਕ ਬਾਰੇ ਲੱਗਦੇ ਸੀਗੇ ਤਾਂ ਵਾਕਈ ਬੜੀ ਖੁਸ਼ੀ ਹੁੰਦੀ ਸੀਗੀ ਕਿ ਅੰਗਰੇਜ਼ਾਂ ਨੂੰ ਬਾਹਰ ਵਾਪਸ ਭੇਜਣ ਦਾ ਜਿਹੜਾ ਨਾਅਰਾ ਲੱਗ ਰਿਹਾ। ਸੋ ਅਮਿਤ ਸ਼ਾਹ ਹੁਣਾਂ ਨੂੰ, ਸੋ ਕੋਲਡ ਹੋਮ ਮਿਨਿਸਟਰ ਨੂੰ, ਆਪਣੇ ਹੀ ਦੇਸ਼ ਦੇ ਵਿੱਚ, ਆਪਣੇ ਹੀ ਕਿਸੇ ਸੂਬੇ ਦੇ ਵਿੱਚ ਜਦੋਂ ਜਾਂਦੇ ਨੇ, ਸੋ ਅਜਿਹਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਤਾਂ ਲੱਗਦਾ ਹੈ ਕਿ ਜਿਹੜਾ ਲੋਕਾਂ ਦਾ ਗੁੱਸਾ ਜਿਹੜਾ ਹੈ, ਕਿਉਂਕਿ ਸਰਕਾਰਾਂ ਦੇ ਖਿਲਾਫ ਹੀ ਗੁੱਸਾ ਨਿਕਲਣਾ, ਕਿਉਂਕਿ ਉਹੀ ਹਕੂਮਤ ਨੇ, ਉਹੀ ਸਭ ਕੁਝ ਚਲਾ ਰਹੀਆਂ ਨੇ। ਸੋ ਉਹ ਜਿਹੜਾ ਸਵਾਗਤ ਕੀਤਾ ਜਾ ਰਿਹਾ, ਸ਼ਾਇਦ ਉਸ ਉੱਪਰ ਵੀ ਉਹਨਾਂ ਨੂੰ ਸੋਚਣਾ ਪਵੇਗਾ ਕਿ ਆਖਿਰ ਕੀ ਉਹਨਾਂ ਨੇ ਅਜਿਹਾ ਕਰ ਦਿੱਤਾ ਕਿ ਆਪਣੇ ਮੁਲਕ, ਆਪਣੇ ਕਿਸੇ ਸੂਬੇ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਲੋਕ ਇੰਨਾ ਗੁੱਸਾ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹੋ ਜਿਹੇ ਨਾਅਰੇ, ਇਹੋ ਜਿਹੇ ਕੋਟਸ ਜਿਹੜੇ ਨੇ ਉਹਨਾਂ ਨੂੰ ਵੇਖਣ ਨੂੰ, ਸੁਣਨ ਨੂੰ ਮਿਲ ਰਹੇ ਨੇ ਕਿ ਅਮਿਤ ਸ਼ਾਹ ਗੋ ਬੈਕ। ਅੱਛਾ, ਸਭ ਤੋਂ ਪਹਿਲਾਂ ਤਾਂ ਚਲੋ ਪੱਛਮ ਬੰਗਾਲ ਤੋਂ ਗੱਲ ਕਰਨ ਤੋਂ ਪਹਿਲਾਂ ਨਾ, ਤਾਂ ਮੈਨੂੰ ਉੱਥੇ ਮਮਤਾ ਬੈਨਰਜੀ ਜਿਹੜੀ ਆ ਉਹ ਬਾਹਲੀ ਇੱਕ ਤਰੀਕੇ ਨਾਲ ਕਹਿ ਲਓ ਕਿ ਇੱਕ ਵਿਅੰਗਾਤਮਕ ਜਿਹੜੀ ਆ ਲੱਗਦੀ ਆ। ਜਦੋਂ ਉਹ ਹਰੇ ਕ੍ਰਿਸ਼ਨਾ ਹਰੇ ਰਾਮਾ ਕਹਿੰਦੀ ਆ ਤੇ ਲੱਗਦਾ ਕਿ ਬਸ ਇਹਨੇ ਹੁਣ ਧਾਵਾ ਬੋਲੀ ਦੇਣਾ ਜੀ। ਸੋ ਕੱਲ ਜਿਹੜੀ ਗੱਲ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਧਰਮ ਜਿਹੜਾ ਹੈ ਇਹਨਾਂ ਸਰਕਾਰਾਂ ਦੇ ਲਈ, ਇਹਨਾਂ ਪੋਲੀਟੀਕਲ ਪਾਰਟੀਆਂ ਦੇ ਲਈ ਇੱਕ ਹਥਿਆਰ ਹੈ। ਕੱਲ ਇੱਕ ਸਟੇਟਮੈਂਟ ਚੱਲਦੀ ਰਹੀ ਸਾਰੇ ਚੈਨਲਾਂ ਦੇ ਉੱਤੇ ਕਿ ਅਮਿਤ ਸ਼ਾਹ ਕਹਿੰਦੇ, ਜਿਹੜੇ ਸਾਡੇ ਸੋ ਕਾਲਡ ਹੋਮ ਮਿਨਿਸਟਰ ਨੇ, ਕਹਿੰਦੇ ਜੀ ਹੁਣ ਤਾਂ ਮਮਤਾ ਵੀ ਆਰਤੀ ਬੋਲਣ ਲੱਗ ਪਈ ਆ, ਹੁਣ ਤੇ ਮਮਤਾ ਵੀ ਜਿਹੜੀ ਹੈ ਉਹ ਪੂਜਾ ਕਰਨਾ ਸ਼ੁਰੂ ਕਰ ਦਿੱਤੀ ਆ। ਤੇ ਫਿਰ ਮੂਹਰੇ ਮਮਤਾ ਪਹਿਲਾਂ ਕੀ ਕਹਿੰਦੀ, ਮੈਂ ਕਹਿੰਦੀ ਆ ਕਿ ਹੋਮ ਸੈਕਟਰੀ ਮੇਰੇ ਨਾਲ ਆ ਕੇ ਗਾਇਤਰੀ ਮੰਤਰ ਇੱਕ ਵਾਰੀ ਪੜ੍ਹ ਲਵੇ, ਤੇ ਮੈਂ ਕਹਿੰਦੀ ਉਹਨੂੰ ਨਹੀਂ ਆਊਗਾ। ਆਹ ਦੇਖੋ, ਆਹ ਵਿਸ਼ੇ ਜਿਹੜੇ ਨੇ ਇਹ ਸਾਡੇ ਮੁਲਕ 'ਚ ਚੱਕੇ ਜਾਂਦੇ ਨੇ। ਜਦ ਕਿ ਤੁਸੀਂ ਕ੍ਰਾਈਮ ਰੇਟ ਲੈ ਲਓ ਪੱਛਮ ਬੰਗਾਲ ਦਾ, ਐਜੂਕੇਸ਼ਨ ਲੈ ਲਓ, ਪ੍ਰੋਗਰੈਸ ਰੇਟ ਲੈ ਲਓ, ਟਰਾਂਸਪੋਰਟ ਲੈ ਲਓ, ਹੈਲਥ ਲੈ ਲਓ, ਇਹਦੇ ਉੱਤੇ ਅੱਜ ਤੱਕ ਕੋਈ ਡਿਬੇਟ ਨਹੀਂ ਹੋਣ ਡਈ। ਕੋਈ ਮੰਤਰੀ ਇਹ ਨਹੀਂ ਕਹਿੰਦਾ ਕਿ ਇਹਨਾਂ ਸਾਡੇ ਵਾਲੀ ਜਦੋਂ ਸਰਕਾਰ ਸੀਗੀ ਉਦੋਂ ਇੰਨੀ ਹੈਲਥ ਦੇ ਵਿੱਚ ਇੰਨਾ ਕੁਝ ਸੀਗਾ, ਇਹ ਨਹੀਂ ਕਹਿੰਦਾ ਕਿ ਟਰਾਂਸਪੋਰਟ 'ਚ ਇੰਨੀ ਚੰਗਿਆਈ ਸੀ। ਆਹ ਡਿਬੇਟ ਹੋਣ ਡਈ ਆ ਵੀ ਜੀ ਇਹ ਤਾਂ ਹੁਣ ਪੂਜਾ ਕਰਨਾ ਸ਼ੁਰੂ ਕਰ ਦਿੱਤੀ ਹੈ। ਪੂਜਾ ਜਿਹੜੀ ਹੈ ਉਹ ਕਿਸੇ ਵੀ ਧਰਮ ਦੀ ਹੋਵੇ, ਉਹ ਸਿਰਫ ਤੇ ਸਿਰਫ ਤੁਹਾਡੀ ਆਤਮਿਕ ਸ਼ੁੱਧੀ ਦੇ ਲਈ ਆ, ਜਾਂ ਆਤਮਿਕ ਤੁਹਾਡੇ ਇੱਕ ਠਹਿਰਾਅ ਦੇ ਲਈ ਆ, ਤੁਹਾਡੀ ਪਰਸਨਲ ਪ੍ਰੋਗਰੈਸ ਦੇ ਲਈ ਆ। ਜਦੋਂ ਤੁਸੀਂ ਜਨਹਿਤ ਦੀ ਗੱਲ ਕਰਦੇ ਆ ਤੇ ਧਰਮ ਨੂੰ ਪਿੱਛੇ ਛੱਡ ਕੇ ਤੁਸੀਂ ਬਹੁਜਨ ਧਰਮ ਦੀ ਗੱਲ ਕਰਦੇ ਆ, ਬਹੁਜਨ ਹਿਤਾਏ ਤੇ ਬਹੁਜਨ ਸਮਾਏ ਦੀ ਗੱਲ ਕਰਦੇ ਆ ਕਿ ਬਹੁਜਨ ਦਾ ਹਿੱਤ ਹੈ ਤੇ ਬੜੇ ਜਣਿਆਂ ਦਾ ਸਮਾਜ ਹੈ। ਅਸੀਂ ਬਹੁਤ ਜਣਿਆਂ ਦਾ ਲੋਕਾਂ ਦਾ ਹਿੱਤ ਸਿਰਜਣ ਲੱਗੇ ਆ ਤੇ ਬਹੁਤ ਜਣੇ ਲੋਕਾਂ ਦਾ ਸਮਾਜ ਸਿਰਜਣ ਲੱਗੇ ਆ। ਪਰ ਜਦੋਂ ਤੁਸੀਂ ਸਟੇਜ ਤੋਂ ਆ ਕੇ ਇਹ ਕਹਿੰਦੇ ਹੋ ਕਿ ਹੁਣ ਪੂਜਾ ਕਰਨ ਲੱਗ ਪਏ, ਪਤਾ ਲੱਗਦਾ ਕਿ ਤੁਸੀਂ ਕਿਹੜੇ ਲੋਕਾਂ ਦਾ ਹਿੱਤ ਸਿਰਜਣ ਲੱਗੇ ਹੋ ਤੇ ਤੁਸੀਂ ਕਿਹੜੇ ਲੋਕਾਂ ਤੇ ਗੱਲ ਕਰਨ ਲੱਗੇ ਹੋ। ਇਹ ਬਹੁਤ ਮੰਦਭਾਗੀ ਘਟਨਾ ਹੈ ਸਾਡੇ ਇਸ ਮੁਲਕ ਦੀ ਕਿ ਇੱਥੇ ਜਿਹੜੇ ਸਕੂਲ ਕਾਲਜ ਆ ਉਹ ਵੀ ਅਸੀਂ ਕਦੇ ਆਰਿਆ ਦੇ ਥਾਂ ਖੋਲ੍ਹ ਲੈਂਦੇ ਆ, ਕਦੀ ਕਿਸੇ ਮਿਸ਼ਨਰੀ ਦੇ ਖੋਲ੍ਹ ਲੈਂਦੇ ਆ। ਜੇ ਸਕੂਲ ਦੀ ਗੱਲ ਹੋ ਗਈ ਤਾਂ ਬਈ ਸਕੂਲ ਤਾਂ ਫਿਰ ਮੰਦਰ ਆ, ਸਕੂਲ ਗੁਰਦੁਆਰਾ ਵੀ ਆ, ਸਕੂਲ ਮਦਰਸਾ ਵੀ ਆ। ਤਾਂ ਤੁਸੀਂ ਸਕੂਲ ਦਾ ਨਾਂ ਜੇ ਸਕੂਲ ਹੀ ਇਕੱਲਾ ਰੱਖ ਦੋ ਤਾਂ ਫਿਰ ਉੱਥੇ ਹਰ ਧਰਮ ਦਾ ਜਿਹੜਾ ਬੱਚਾ ਹੈ ਉਹ ਪੜ੍ਹੂਗਾ, ਅੱਗੇ ਵਧੂਗਾ, ਔਰ ਉਹਦੀਆਂ ਤਾਕੀਆਂ ਦਿਮਾਗ ਦੀਆਂ ਖੁੱਲ੍ਹੀਆਂ ਰਹੂਗੀਆਂ। ਉਹਨੂੰ ਇਹ ਨਹੀਂ ਲੱਗੂਗਾ ਕਿ ਮੈਂ ਮਿਸ਼ਨਰੀ 'ਚ ਪੜ੍ਹ ਰਿਹਾ ਅਤੇ ਮੈਂ ਕੁਝ ਹੋਰ ਕਰਨਾ ਆ, ਮੈਂ ਕਿਸੇ ਸਿੱਖ ਸਕੂਲ 'ਚ ਪੜ੍ਹ ਰਿਹਾ ਅਤੇ ਮੈਂ ਕੁਝ ਹੋਰ ਕਰਨਾ ਆ, ਮੈਂ ਕਿਸੇ ਮੰਦਰ ਵਾਲੇ ਸਕੂਲ 'ਚ ਪੜ੍ਹ ਰਿਹਾ ਤਾਂ ਮੈਂ ਕੁਝ ਹੋਰ ਕਰਨਾ। ਸਕੂਲ ਦੇ ਵਿੱਚ ਅਸੀਂ ਇਨਸਾਨ ਬਣਾਉਣ ਜਾਂਦੇ ਹਾਂ, ਨਾ ਕਿ ਅਸੀਂ ਵੰਡ ਪਾਉਣ ਜਾਂਦੇ ਹਾਂ।
ਜੇ ਅਸੀਂ ਇਨਸਾਨੀਅਤ ਸਿਖਾਉਣੀ ਹੈ ਤਾਂ ਫਿਰ ਸਕੂਲਾਂ ਦੇ ਵਿੱਚੋਂ ਵੀ ਇਹ ਸਾਰੀਆਂ ਚੀਜ਼ਾਂ ਹਟਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਜੀ, ਬਾਕੀ ਖੈਰ ਸਾਹਿਬ ਅਸੀਂ ਕੱਲ ਵੀ ਪ੍ਰੋਗਰਾਮ ਵਿੱਚ ਡਿਸਕਸ ਕਰ ਰਹੇ ਸੀਗੇ ਕਿ ਬੜੀ ਮਾੜੀ ਗੱਲ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਧਰਮਾਂ ਦੇ ਵਿੱਚ ਜਾਂ ਹੋਰਾਂ ਚੀਜ਼ਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਾਂ ਜੋ ਬਾਅਦ ਚੋਂ ਪੋਲੀਟੀਕਲੀ ਇਹਨਾਂ ਨੂੰ ਕਾਫੀ ਸਾਰੇ ਬੈਨੀਫਿਟ ਪਹੁੰਚਦੇ ਨੇ। ਪਰ ਕਾਫੀ ਤਬਕਾ ਖੈਰ ਸਾਹਿਬ ਇਹ ਵੀ ਹੈ ਜਿਹਨੂੰ ਚੰਗੀ ਤਰ੍ਹਾਂ ਨੌਲੇਜ ਹੋਣੀ ਸ਼ੁਰੂ ਹੋ ਗਈ ਹੈ ਕਿ ਬਈ ਧਰਮਾਂ ਦੇ ਵਿੱਚ ਲੜ ਕੇ ਕੋਈ ਫਾਇਦਾ ਨਹੀਂ ਹੈ, ਸਾਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਤੇ ਇਕੱਠੇ ਆਵਾਜ਼ ਚੁੱਕਣੀ ਚਾਹੀਦੀ ਹੈ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਇਸ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਤਾਂ ਹਰ ਇੱਕ ਭਾਈਚਾਰੇ ਵੱਲੋਂ ਚੰਗਾ ਭਰਵਾਂ ਜਿਹੜਾ ਸਪੋਰਟ ਹੈ ਉਹ ਮਿਲ ਰਿਹਾ, ਭਾਵੇਂ ਉਹ ਕਿਸਾਨੀ ਦੇ ਨਾਲ ਸੰਬੰਧ ਰੱਖਦਾ ਹੈ ਭਾਵੇਂ ਨਹੀਂ ਰੱਖਦਾ। ਕਿਉਂਕਿ ਕੱਲ ਮੈਂ ਵੀਡੀਓ ਦੇਖ ਰਿਹਾ ਸੀਗਾ, ਖਹਿਰਾ ਸਾਹਿਬ ਸਾਡੇ ਜਿਹੜੇ ਐਂਕਰ ਜਿਹੜੇ ਨੇ ਉਹ ਸ਼ੂਟ ਕਰਨ ਗਏ ਸੀਗੇ ਜਲੰਧਰ, ਜਦੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਸੀਗਾ ਉੱਥੇ ਉਹਨਾਂ ਨੇ ਇੱਕ ਕਿਸੇ ਉਹਦੇ ਨਾਲ ਜਿਹੜੇ ਮੁਸਾਫਿਰ ਸੀਗੇ ਟ੍ਰੇਨ 'ਚ ਆ ਰਹੇ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਮਾਤਾ ਤੁਸੀਂ ਕਿੱਥੋਂ ਆ ਰਹੇ ਹੋ? ਦੱਸਿਆ ਕਿ ਮੈਂ ਪਿੱਛੋਂ ਆ ਰਹੀ ਹਾਂ, 4 ਘੰਟਿਆਂ ਦਾ ਰੇਲ ਰੋਕੋ ਅੰਦੋਲਨ ਜਿਹੜਾ ਹੈ ਉਹ ਚੱਲ ਰਿਹਾ ਹੈ। ਸਰਕਾਰਾਂ ਨੂੰ ਅਗਰ ਪਹਿਲਾਂ ਪਤਾ ਹੁੰਦਾ ਸਰਕਾਰਾਂ ਨੂੰ ਕੁਝ ਵਿਚਾਰ ਕਰਨਾ ਚਾਹੀਦਾ ਸੀਗਾ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਰਕਾਰ ਹੈ ਕਿੰਨਾ ਢੀਠਪੁਣਾ ਕਰ ਰਹੀ ਹੈ, 3 ਮਹੀਨੇ ਤੋਂ ਬਾਅਦ ਸਮਾਂ ਹੋ ਚੁੱਕਾ, ਕਿਵੇਂ ਉੱਥੇ ਬੈਠੇ ਨੇ, ਕਿਵੇਂ ਗੁਜ਼ਾਰਾ ਕਰ ਰਹੇ ਨੇ, ਕਿਵੇਂ ਰਹਿ ਰਹੇ ਨੇ, ਭੈਣਾਂ ਉੱਥੇ ਰਹਿ ਰਹੀਆਂ ਨੇ, ਬੱਚੀਆਂ ਰਹਿ ਰਹੀਆਂ ਨੇ ਉੱਥੇ, ਉਹਨਾਂ ਨੂੰ ਕਿੰਨੀਆਂ ਪ੍ਰੋਬਲਮ ਹੋ ਸਕਦੀਆਂ ਨੇ, ਕੁੜੀਆਂ ਨੂੰ ਜਿਹੜੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਉਹ ਉੱਥੇ ਮੁਹੱਈਆ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ। ਸੋ ਕਿੰਨਾ ਪਰੇਸ਼ਾਨੀਆਂ ਜਿਹੜੀਆਂ ਨੇ ਉੱਥੇ ਸਾਹਮਣਾ ਕਰ ਰਹੇ ਨੇ, ਪਰ ਸਰਕਾਰਾਂ ਕਿੰਨਾ ਬੇਸ਼ਰਮੀ ਨਾਲ ਉੱਥੇ ਬੈਠੀਆਂ ਹੋਈਆਂ ਨੇ। ਜਦੋਂ ਐਂਕਰ ਸਾਹਿਬ ਨੇ ਪੁੱਛਿਆ ਕਿ ਤੁਸੀਂ ਵਾਕਈ ਤੁਹਾਨੂੰ ਕੋਈ ਮਤਲਬ ਕੋਈ ਪ੍ਰੋਬਲਮ ਕਹਿੰਦੇ ਸਾਨੂੰ ਕਾਹਦੀ ਪ੍ਰੋਬਲਮ ਹੈ, ਜੇ ਕਿਸਾਨ ਇੰਨੀ ਵੱਡੀ ਪ੍ਰੋਬਲਮ ਸਹਿ ਸਕਦੇ ਨੇ ਤਾਂ ਸਾਡੇ ਲਈ 4 ਘੰਟੇ ਕੀ ਨੇ। ਪਰ ਸਰਕਾਰਾਂ ਜਿਹੜੀਆਂ ਨੇ ਇੰਨੀਆਂ ਮਤਲਬ ਢੀਠ ਹੋਈਆਂ ਨੇ, ਸਰਕਾਰਾਂ ਨੂੰ ਜਲਦ ਤੋਂ ਜਲਦ ਫੈਸਲਾ ਲੈਣਾ ਚਾਹੀਦਾ। ਸੋ ਉਹਨਾਂ ਨੇ ਪੁੱਛਿਆ ਤੁਸੀਂ ਵਾਕਈ ਕਿਸੇ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ? ਉਹਨਾਂ ਨੇ ਕਿਹਾ ਕਿ ਨਹੀਂ, ਮੇਰਾ ਕੋਈ ਕਿਸਾਨੀ ਨਾਲ ਕੋਈ ਵਾਹ ਨਹੀਂ, ਪਰ ਹਾਂ ਅਸੀਂ ਸਾਰੇ ਦੂਜੇ ਨਾਲ ਜੁੜੇ ਹੋਏ ਹਾਂ। ਸੋ ਆਹ ਜਿਹੜੀ ਭਾਵਨਾ ਹੈ, ਜਿਹੜਾ ਮੈਂ ਕਹਿੰਦਾ ਪ੍ਰੇਮ ਹੈ ਕਿ ਸਾਰੇ ਦੂਜੇ ਨਾਲ ਜੁੜੇ ਹੋਏ ਹਾਂ। ਸਰਕਾਰਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇਕਰ ਅੱਜ ਕਿਸਾਨ ਪਰੇਸ਼ਾਨ ਹੋ ਰਿਹਾ ਤਾਂ ਹਰ ਕੋਈ ਜਿਹੜਾ ਹੈ ਉਸ ਪਰੇਸ਼ਾਨ ਹੋ ਰਿਹਾ। ਸੋ ਸਰਕਾਰ ਜਿਹੜੀ ਨੇ ਬੜਾ ਵਧੀਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਰਕਾਰਾਂ ਦੇ ਵਾਕਈ ਟਸ ਦੀ ਮਸ ਨਹੀਂ ਹੋ ਰਹੀਆਂ। 5 ਮਹੀਨੇ ਤੋਂ ਬਾਅਦ ਸਮਾਂ ਹੋ ਚੁੱਕਿਆ, ਸਰਕਾਰਾਂ ਆਪਣੇ ਜਿਹੜੇ ਢੀਠਪੁਣੇ ਜਿਹੜਾ ਸਟੈਂਡ ਹੈ ਉਹ ਚੰਗਾ ਉਹਨਾਂ ਨੇ ਮਜ਼ਬੂਤ ਕੀਤਾ ਹੋਇਆ। ਸੋ ਹੁਣ ਖਹਿਰਾ ਸਾਹਿਬ ਅਸੀਂ ਹੁਣ ਪੰਜਾਬ ਦਾ ਰੁੱਖ ਕਰਦੇ ਹਾਂ। ਪੰਜਾਬ ਦੀ ਖਬਰ ਹੈ ਕਿ ਕੱਲ ਫਰੀਦਕੋਟ ਦੇ ਇੱਕ ਯੂਥ ਕਾਂਗਰਸ ਪ੍ਰਧਾਨ ਨੂੰ ਮਤਲਬ ਮੈਂ ਕਹਿੰਦਾ ਚਾਨਣ ਦੇ ਵਿੱਚ ਮਤਲਬ ਦਿਨ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। 6 ਜਾਂ 7 ਗੋਲੀਆਂ ਜਿਹੜੀਆਂ ਨੇ ਉਹਨਾਂ 'ਤੇ ਮਾਰ ਦਿੱਤੀ ਜਾਂਦੀਆਂ ਨੇ। ਵਾਕਈ ਕੱਲ ਜਿਹੜੀ ਪੰਜਾਬੀ ਮੀਡੀਆ ਦੇ ਵਿੱਚ ਖਬਰ ਛਪ ਰਹੀ ਹੈ, ਕੱਲ ਦੀ ਇੱਕ ਬਹੁਤ ਵੱਡੀ ਹੈਡਲਾਈਨ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਗੁਰਲਾਲ ਸਿੰਘ ਦਾ ਕਤਲकांड ਹੈ। ਫਿਰ ਇਹ ਸੋਚਿਆ ਜਾਂਦਾ ਸੀ ਕਿ ਗੁਰਲਾਲ ਦੇ ਕਿਹਨੇ ਸ਼ਰੇਆਮ ਇੰਨੀਆਂ ਗੋਲੀਆਂ ਮਾਰ ਦਿੱਤੀਆਂ। ਕੱਲ ਫਿਰ ਇੱਕ ਫੇਸਬੁੱਕ ਪੇਜ ਐਕਟਿਵ ਹੋਣਾ ਸ਼ੁਰੂ ਹੋ ਗਿਆ ਜੀ। ਕਹਿੰਦੇ ਜੀ ਲਾਰੈਂਸ ਬਿਸ਼ਨੋਈ ਨਾਂ ਦੀ ਇੱਕ ਗੈਂਗ ਹੈ, ਲਾਰੈਂਸ ਬਿਸ਼ਨੋਈ ਉਹਦਾ ਮੁਖੀ ਹੈ, ਉਹਨੇ ਫੇਸਬੁੱਕ ਦੇ ਉੱਤੇ ਇੱਕ ਪਰਚਾ ਲਿਖ ਕੇ, ਕਿਉਂਕਿ ਉਹ ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ ਤਾਂ ਉਹ ਜੇਲ੍ਹ 'ਚ ਆ, ਕਹਿੰਦੇ ਜੀ ਉਹਦੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਪਈ ਹੈ ਕਿ ਬਈ ਇਹ ਅਸੀਂ ਕਤਲ ਕੀਤਾ ਆ, ਅਸੀਂ ਇਹਦੀ ਰਿਸਪੌਂਸਿਬਿਲਿਟੀ ਲੈਂਦੇ ਆ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਸ਼ਰੇਆਮ ਕਤਲ ਹੋ ਜਾਂਦਾ, ਸ਼ਰੇਆਮ ਰਿਸਪੌਂਸਿਬਿਲਿਟੀਆਂ ਲਈ ਜਾਂਦੀਆਂ ਤੇ ਐਡਮਿਨਿਸਟ੍ਰੇਟਿਵ ਦੀ ਹੱਲੇ ਵੱਡੀ ਕੋਈ ਅਜੇ ਤੱਕ ਮੀਡੀਆ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਆਈ ਜੀ। ਹੋ ਸਕਦਾ ਹੈ ਕਿ ਸ਼ਾਮ ਤੱਕ ਕੋਈ ਵੱਡੀ ਸਟੇਟਮੈਂਟ ਆਵੇ ਤੇ ਫਿਰ ਅਸੀਂ ਉਸ ਸਟੇਟਮੈਂਟ ਨੂੰ ਜਿਹੜਾ ਹੈ ਇੱਕ ਗੱਲ ਬਣਾ ਕੇ ਇਹਦੀ ਚਰਚਾ ਕਰੀਏ। ਪਰ ਇੱਕ ਗੱਲ ਇੱਥੇ ਦੇਖਣ ਵਾਲੀ ਹੈ ਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੱਦਾਂ ਦੇ ਜਿਹੜੇ ਮਤਭੇਦ ਬੜੇ ਹੁੰਦੇ ਨੇ। ਆਏ ਦਿਨ ਅਸੀਂ ਦੇਖਦੇ ਹਾਂ ਕਿ ਕੋਈ ਯੂਥ ਪ੍ਰਧਾਨ ਜਿਹੜਾ ਹੈ ਉਹਦੀ ਕਿਸੇ ਦੇ ਨਾਲ ਲਾਗ ਡਾਟ ਹੈ, ਇਸ ਕਰਕੇ ਹੋ ਗਿਆ। ਜਦੋਂ ਹੁਣ ਮਿਊਨਿਸਪਲ ਦੀਆਂ ਜਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇਹਦੇ ਵਿੱਚ ਵੀ ਦੇਖਿਆ ਜੀ ਫਲਾਨਾ ਜਿਹੜਾ ਸੀਗਾ ਉਹ 2 ਬੰਦੇ ਮਰ ਗਏ ਕਿਉਂਕਿ ਜੀ ਫਲਾਨੇ ਪਾਰਟੀ ਨਾਲ ਕੀਤਾ ਸੀ। ਇਹ ਲਾਗ ਡਾਟਾਂ ਆ, ਅਕਸਰ ਹੁੰਦੀਆਂ ਵੀ ਰਹੀਆਂ। ਹੁਣ ਬਹੁਤ ਪੰਜਾਬ ਦੇ ਵਿੱਚ ਬਹੁਤ ਘੱਟ ਗਿਆ ਰੇਟ ਇਹਦਾ ਜੇ ਦੇਖਿਆ ਜਾਵੇ, ਪਰ ਇਹ ਅਜੇ ਵੀ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਹੁਤ ਮੰਦਭਾਗੀਆਂ ਆ। ਔਰ ਜੇ ਆਪਾਂ ਕਹਿੰਦੇ ਜਿਹਨੂੰ ਕੋਲਡ ਬਲੱਡਡ ਮਰਡਰ ਕਹਿੰਦੇ ਜਿਹਨੂੰ ਆ, ਉਹ ਇੱਥੇ ਨਹੀਂ ਹੋਣੇ ਚਾਹੀਦੇ ਕਿਉਂਕਿ ਅਸੀਂ ਸਭ्य ਸਮਾਜ ਦੇ ਵਿੱਚ ਰਹਿੰਦੇ ਆ, ਐਸਾ ਸਮਾਜ ਹੈ। ਔਰ ਦੂਸਰੇ ਬੰਨੇ ਮੈਂ ਇੱਕ ਹੋਰ ਵੱਡੀ ਗੱਲ ਕਹਿਣਾ ਚਾਹੁੰਦਾ ਕਿ ਕੱਲ ਅਸੀਂ ਦੇਖਿਆ ਬੜੇ ਵੱਡੇ ਮੀਡੀਆ ਸੀ। ਮੀਡੀਆ ਦਾ ਐਥਿਕ ਹੁੰਦਾ ਕਿ ਜੇ ਕੋਈ ਪੂਰਾ ਹੋ ਜਾਂਦਾ ਆ ਤੇ ਉਹਦੀ ਜਿਹੜੀ ਇੱਕ ਲਾਸ਼ ਹੁੰਦੀ ਆ ਉਹ ਇੱਕ ਸਨਮਾਨ ਵਾਲੀ ਹੁੰਦੀ ਆ ਕਿ ਬਈ ਤੁਸੀਂ ਉਹਨੂੰ ਉਹਦਾ ਬਣਦਾ ਹੱਕ ਹੈ ਕਿ ਇੱਜ਼ਤ ਵਾਲੀ ਲਾਸ਼ ਜਿਹੜਾ ਹੈ ਅਸੀਂ ਦਿਖਾਈਏ। ਇੱਕ ਹੱਕ ਇਹ ਬਣਦਾ ਸੀ ਕਿ ਉਹਦਾ ਮੂੰਹ ਬਲਰ ਕਰਕੇ ਉਹਦੀ ਤੁਸੀਂ ਲਾਸ਼ ਜਿਹੜੀ ਪਈ ਹੈ, ਕਿਉਂਕਿ ਦਿਖਾਉਣਾ ਜ਼ਰੂਰੀ ਹੈ ਕਿ ਇੱਥੇ ਪਿਆ ਗਿਆ, ਕਿਉਂ ਗੱਡੀ 'ਚ ਵੜਨ ਲੱਗਾ ਸੀ ਉਦੋਂ ਗੋਲੀਆਂ ਵੱਜਦੀਆਂ। ਸ਼ਰੇਆਮ ਉਹਦੀਆਂ ਵੀਡੀਓ ਵਾਇਰਲਸ ਹੋਣ ਡੀਆਂ, ਨਿਊਜ਼ ਚੈਨਲ ਆਪਣੀ ਬਿਨਾਂ ਪ੍ਰਤੱਖਤਾ ਤੋਂ ਦਿਖਾ ਰਹੇ ਨੇ, ਜਿਹੜਾ ਕਿ ਇੱਕ ਅਨਐਥੀਕਲ ਆ ਔਰ ਇਹ ਨਹੀਂ ਹੋਣਾ ਚਾਹੀਦਾ ਜੀ। ਬਾਕੀ ਜਿਹੜੀ ਗੱਲਾਂ ਨੇ ਬਿਲਕੁਲ ਨਹੀਂ ਹੋਣੀ ਚਾਹੀਦੀਆਂ। ਐਥਿਕਸ ਦੇ ਅੰਡਰ ਰਹਿ ਕੇ ਹੀ ਹਰ ਇੱਕ ਇਨਸਾਨ ਨੂੰ ਕੰਮ ਕਰਨਾ ਚਾਹੀਦਾ, ਚਾਹੇ ਉਹ ਮੀਡੀਆ ਅਦਾਰਾ ਹੋਵੇ, ਚਾਹੇ ਉਹ ਸਰਕਾਰ ਹੋਵੇ, ਚਾਹੇ ਕੋਈ ਆਮ ਵਿਅਕਤੀ ਹੋਵੇ। ਰੂਲਸ ਨੂੰ ਹਮੇਸ਼ਾ ਫੋਲੋ ਕਰਨਾ ਚਾਹੀਦਾ। ਸੋ ਰੂਲ ਤੇ ਹੁਣ ਇਹ ਵੀ ਕਹਿ ਰਿਹਾ ਖੈਰ ਸਾਹਿਬ ਕਿ ਟਾਈਮ ਹੋ ਚੁੱਕਾ ਪ੍ਰੋਗਰਾਮ ਦੇ ਵਿੱਚ। ਸੋ ਦੁਬਾਰਾ ਫੇਰ ਜਿਹੜੀ ਇਹ ਮੁਲਾਕਾਤ ਕਰਾਂਗੇ ਅਸੀਂ ਕੱਲ ਆਪਣੇ ਪ੍ਰੋਗਰਾਮ ਮੁੱਦੇ ਦੇ ਵਿੱਚ। ਦੋਸਤੋ ਤੁਸੀਂ ਦੇਖਦੇ ਰਹੋ ਸਾਡਾ ਪ੍ਰੋਗਰਾਮ ਪੰਜਾਬ ਮਿਲ USA TV ਦੇ ਉੱਪਰ। ਸਾਡਾ YouTube ਚੈਨਲ ਪੰਜਾਬ ਮਿਲ USA TV ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਆਪਣੇ ਵੈਲਿਊਏਬਲ ਜਿਹੜੇ ਕਮੈਂਟ ਨੇ ਉਹ ਤੁਸੀਂ ਦੇ ਸਕਦੇ ਹੋ। ਐਂਡ ਅਗਰ ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਹੈ ਕਿਸੇ ਵੀ ਟੌਪਿਕ ਨੂੰ ਲੈ ਕੇ, ਤੁਸੀਂ ਸਾਡੇ ਇਸ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ ਮੁੱਦੇ ਦੇ ਵਿੱਚ ਉਹਦੇ ਉੱਪਰ ਚਰਚਾ ਜ਼ਰੂਰ ਕੀਤੀ ਜਾਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ।